फतेह। परम सन्मान सत्कारयोग जुगो जुग अटल चवर छत्र तख्त दे मालिक ज्ञान दे मुजस्मे सर्व सांझी वालता दे रहबर पतित पावन गरीब निवाज सतगुरु धन 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 श्री गुरु ग्रंथ साहिब सच्चे पातशाह महाराज जियां दी पावन पवित्र हजूरी अंदर सुभाए मान गुरु प्यारे सतसंगी जनों, आप जी वड भागी हो साहिब जी दे पावन चरना अंदर जुड़ बैठ के बहुत ही प्यार दे नाल गुरु घर दे कीर्तनियां पासों अमृत गुरबाणी श्री आसा की वार दे शब्द कीर्तन सरवण कर रहे सी। निता प्रति लड़ीवार गुर शब्द विचार सरवण करते हो। अज विसाखी संग्रांद का दिहाड़ा है। खालसा साजना दिवस और धन गुरु अमरदास साहिब जियां दा गुरता गद्दी दिवस भी है। दिन सारे ही चंगे ने, सारे ही श्रेष्ठ हैं, पर साडे लई ये तां महान है क्योंकि इस दिन गुरु गोबिंद सिंह सच्चे पातशाह ने खालसा प्रगट किया, खालसे की सिरजना की। मारे ने ये दिन नियत किया, ये दिन चुनिया। सतगुरु जी वैसाख के महीने द्वारा जिथे गुरु अर्जन देव साहिब जी बाणी उचारते ने, उथे तुखारी राग अंदर धन गुरु नानक साहिब जी कहते वैसाख भला साखा वेस करे। भला है मारे कहते। सतगुरु जी कहते मारे कहते वैसाख भला किन्ना दे लई है, जिन्हों अपना मालिक पति परमात्मा मिल गया है, ते जेड़े विछड़े हुए ने जिन्हों का विछोड़ा पिया है उन्हों की हालत भी फिर गुरु साहिब जी ने बयान की है। आपां इतिहास दे नाल भी जुड़ना है। उस तो पहला जो गुरु अर्जन देव साहिब जी वैसाख के महीने द्वारा उपदेश बख्शिश करते हैं, उसकी विचार आरंभ करन तो पहला आप जितने भी गुरु चरना अंदर उपस्थित हो, सारी संगत असीस बख्शिश करो। उच्चारण करो जी। सतनाम श्री वाहिगुरु साहिब जीओ। सतनाम श्री वाहिगुरु साहिब जीओ। सतगुरु गुरु अर्जन देव साहिब जी माझ राग दे अंदर किरपा करते ने। वैसाख धीरन
ਕਿਉਂ ਵਾਢੀਆ। ਵਾਢੀਆਂ ਤੋਂ ਇੱਥੇ ਭਾਵ ਹੈ ਵਿਛੜੀਆਂ ਹੋਈਆਂ। ਵਾਢੀਆਂ ਤੋਂ ਭਾਵ ਹੈ ਜਿਨ੍ਹਾਂ ਦਾ ਆਪਣੇ ਪਤੀ ਦੇ ਨਾਲੋਂ, ਪਤੀ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਹੈ। ਮਾਰੇ ਕਹਿੰਦੇ ਵੀ ਉਹਨਾਂ ਦਾ ਵੈਸਾਖ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਦੇਸ਼ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਉਹਨਾਂ ਦੇ ਅੰਦਰ ਕਦੇ ਧੀਰਜ ਨਹੀਂ ਵੱਜਦਾ, ਧੀਰਜ ਪੈਦਾ ਨਹੀਂ ਹੁੰਦਾ। ਜਿਨ੍ਹਾਂ ਦਾ ਆਪਣੇ ਪਤੀ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਹੈ, ਉਹ ਕਦੇ ਟਿਕ, ਕਦੇ ਚੈਨ, ਕਦੇ ਟਿਕਾ, ਕਦੇ ਸੁੱਖ, ਕਦੇ ਆਨੰਦ ਉਹਨਾਂ ਅੰਦਰ ਪੈਦਾ ਨਹੀਂ ਹੁੰਦਾ। ਕਿਉਂ ਨਹੀਂ ਪੈਦਾ ਹੁੰਦਾ? ਵਿਛੋੜਾ ਕਿਸ ਗੱਲ ਦਾ ਹੈ? ਵਿਛੋੜਾ ਪਿਆ ਕਿਉਂ ਹੈ? ਕਿਉਂ ਮਾਰੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ ਜੀ, ਕਿਰਪਾ ਕਰਦੇ ਨੇ। ਜਿਨ੍ਹਾਂ ਪ੍ਰੇਮ ਵਿਛੋਹ, ਸਤਿਗੁਰੂ ਜੀ ਕਹਿੰਦੇ ਕੰਤ ਦਾ ਪਤੀ ਪਰਮਾਤਮਾ ਦਾ ਵਿਛੋੜਾ ਪਿਆ ਤਾਂ ਕਰਕੇ ਕਿਉਂਕਿ ਇਹਦੇ ਅੰਦਰ ਪ੍ਰੇਮ ਨਹੀਂ, ਪ੍ਰੇਮ ਦਾ ਵਿਛੋੜਾ ਪੈ ਗਿਆ ਹੈ। ਜੇ ਪ੍ਰੇਮ ਨਹੀਂ ਹੈ ਨਾ, ਮਾਰੇ ਕਹਿੰਦੇ ਜੇ ਪ੍ਰੀਤ ਨਹੀਂ ਹੈ, ਫਿਰ ਭਾਵੇਂ ਕੋਈ ਕਿੰਨਾ ਹੀ ਕੁਝ ਕਰੀ ਚੱਲੇ। ਸਾਹਿਬ ਜੀ ਤਾਂ ਕਿਰਪਾ ਕਰਦੇ ਨੇ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਮਾਰੇ ਕਹਿੰਦੇ ਪ੍ਰੇਮ ਹੀ ਜਦੋਂ ਦੂਜਾ ਹੈ, ਆਪਣੇ ਪਤੀ ਪਰਮਾਤਮਾ ਨਾਲ ਪ੍ਰੀਤ ਨਹੀਂ, ਪ੍ਰੇਮ ਨਹੀਂ ਹੈ, ਤੇ ਫਿਰ ਤਾਂ ਜਪ ਕੀ, ਤਪ ਕੀ, ਵਰਤ ਰੱਖੇ ਸਾਰੇ ਵਿਅਰਥ ਨੇ। ਗੁਰੂ ਸਾਹਿਬ ਜੀ ਕਹਿੰਦੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤਰਾਈ ਨਾ ਚਤਰ ਪੁਜ ਪਾਈਏ। ਸਭ ਤੋਂ ਜਿਹੜੀ ਇਸ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਉਹ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਅੰਦਰ ਕਦੇ ਵੀ ਧੀਰਜ ਨਹੀਂ ਵੱਜਦਾ, ਉਹਨਾਂ ਅੰਦਰ ਕਦੇ ਚੈਨ ਨਹੀਂ ਆਉਂਦਾ, ਉਹ ਭਟਕਦੇ ਰਹਿੰਦੇ ਨੇ। ਭਟਕਣਾ ਬਣੀ ਰਹਿੰਦੀ ਹੈ। ਜਿੱਦਾਂ ਹਿਰਨ ਭਟਕਦਾ ਹੈ ਨਾ ਚਮਕਦੀ ਰੇਤ ਨੂੰ ਵੇਖ ਕੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਜੋ ਮ੍ਰਿਗ ਲੋ ਧਾਵੈ, ਮ੍ਰਿਗ ਤ੍ਰਿਖਾਵੰਤ, ਆਵਤ ਨ ਸਾਤ ਭ੍ਰਮ, ਭ੍ਰਮਤ ਹੈਰਾਨੋ ਹੈ। ਮਿਰਗ ਭੱਜਦਾ ਹੈ, ਦੌੜਦਾ ਹੈ ਵੀ ਕਿਤੇ ਪਾਣੀ ਮਿਲ ਜਾਏ। ਉਹ ਵੇਖਦਾ ਵੀ ਪਾਣੀ ਹੈ ਸਾਹਮਣੇ, ਪਰ ਜਦੋਂ ਪਹੁੰਚਦਾ ਹੈ ਪਾਣੀ ਫਿਰ ਵੀ ਨਹੀਂ, ਕਿਉਂਕਿ ਉਹਦੇ ਅੰਦਰ ਭੁਲੇਖਾ ਪੈ ਗਿਆ, ਭਰਮ ਪੈਦਾ ਹੋ ਗਿਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਕਸਤੂਰੀ ਹੁੰਦੀ ਹੈ ਨਾ, ਜਿਉਂ ਕਸਤੂਰੀ ਮ੍ਰਿਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਜਿਨ੍ਹਾਂ ਅੰਦਰ ਪ੍ਰੇਮ ਨਹੀਂ ਹੈ ਨਾ, ਉਹ ਭਟਕਦੇ ਹੀ ਰਹਿੰਦੇ ਨੇ। ਉਹਨਾਂ ਅੰਦਰ ਕਦੇ ਚੈਨ ਨਹੀਂ ਆਏਗਾ, ਕਦੇ ਟਿੱਕੇ ਨਹੀਂ ਬੈਠਣਗੇ, ਆਨੰਦ ਪੈਦਾ ਹੋਈ ਨਹੀਂ। ਮਾਇਆ, ਧਨ, ਪਦਾਰਥ ਕਿੰਨਾ ਹੀ ਕੁਝ ਆ ਜਾਵੇ, ਪਰ ਚੈਨ, ਧੀਰਜ ਉਹਨਾਂ ਅੰਦਰ ਪੈਦਾ ਨਹੀਂ ਹੁੰਦੀ। ਪੈਦਾ ਕਿਹਨਾਂ ਦੇ ਅੰਦਰ ਹੁੰਦੀ ਹੈ? ਜਿਨ੍ਹਾਂ ਨੂੰ ਮਾਣਕ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੂੰ ਆਨੰਦ ਸਹਿਜ ਪ੍ਰਾਪਤ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਪਲਚ ਪਲਚ ਸਗਲੀ। ਮਾਰੇ ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਜਿਨ੍ਹਾਂ ਨੇ ਹਰੀ ਸੱਜਣ ਪੁਰਖ ਨੂੰ ਵਿਸਾਰ ਦਿੱਤਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਮਾਇਆ ਲੱਗੀ ਹੋਈ ਹੈ। ਮਾਇਆ ਕਿਹੜੀ? ਜਿਹੜੀ ਠੱਗ ਹੈ, ਠੱਗ ਦੀ ਪਈ ਹੈ। ਮਾਰੇ ਤਾਂ ਕਹਿੰਦੇ ਕਾਹੇ ਰੇ ਵਿਖਿਆ ਬਨ ਜਾਏ, ਭੂਲੋ ਰੇ ਠੱਗ ਮੂਰੀ ਖਾਏ। ਪਾਤਸ਼ਾਹ ਕਹਿੰਦੇ ਤੂੰ ਤਾਂ ਭੁੱਲਿਆ ਹੋਇਆ ਨਾ, ਜੰਗਲ ਦੇ ਵਿੱਚ ਉਸ ਵਿਖਿਆ ਦੇ ਬਣ ਵਿੱਚ ਜਾਣਾ ਪਿਆ ਹੈ। ਭੁੱਲ ਭੁੱਲ ਕੇ ਠੱਗ ਬੂਟੀ ਖਾਣਾ ਪਿਆ ਹੈ।
ਜਿਹੜੀ ਠੱਗਦੀ ਪਈ ਹੈ, ਪਤਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਇਹਦੀ ਹਾਲਤ ਐਸੀ ਬਣ ਗਈ ਹੈ, ਜੋ ਪਰਾਇਓ ਸੋਈ ਆਪਣਾ, ਉਹ ਖੁਆਰ ਹੀ ਹੋਏਗਾ। ਜਿਹਨੇ ਆਪਣੇ ਸੱਜਣ ਪੁਰਖ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ ਨਾ, ਮਾਰੇ ਕਹਿੰਦੇ ਉਹਦੀ ਹਾਲਤ ਜੋ ਪਰਾਇਓ ਸੋਈ ਆਪਣਾ, ਜਿਹੜਾ ਪਰਾਇਆ ਉਹ ਆਪਣਾ ਲੱਗਦਾ ਪਿਆ। ਜੋ ਤਜ ਛੋੜਨ ਤਿਸ ਸਿਉ ਮਨ ਰਚਨਾ, ਜਿਹੜਾ ਛੱਡ ਕੇ ਜਾਣਾ ਉਹਦੇ ਨਾਲ ਮਨ ਰਚਿਤ ਹੋਇਆ ਪਿਆ, ਭਟਕਦਾ ਪਿਆ ਹੈ। ਜੋ ਤਜ ਛੋੜਨ ਤਿਸ ਸਿਉ ਮਨ ਰਚਨਾ, ਕਹੋ ਗੁਸਾਈ ਮਿਲੀਐ ਕਹੇ ਜੋ ਬਵਰਜਿਤ ਤਿਸ ਸਿਉ ਨਿਹ। ਜਿਤੋਂ ਗੁਰੂ ਸਾਹਿਬ ਜੀ ਬਵਰਜਿਤ ਨੇ, ਰੋਕਦੇ ਪਏ ਨੇ ਵੀ ਇਸ ਰਸਤੇ ਵੱਲ ਨਾ ਜਾ, ਇਹ ਰਸਤਾ ਠੱਗਾਂ ਦਾ ਹੈ, ਇਹਨਾਂ ਨੇ ਤੈਨੂੰ ਠੱਗ ਲੈਣਾ ਹੈ। ਪਰ ਕਹਿੰਦੇ ਪਰਵਾਹ ਹੀ ਨਹੀਂ ਕਰਦਾ, ਕਹਿੰਦਾ ਕੋਈ ਗੱਲ ਨਹੀਂ। ਫੇਰ ਉਧਰ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀ ਕੁਏ ਪਰੇ। ਪਾਤਸ਼ਾਹ ਕਹਿੰਦੇ ਜਾਣਦਿਆਂ ਹੋਇਆਂ ਵੀ ਠੱਗਿਆ ਜਾ ਰਿਹਾ ਹੈ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤਿਸ ਸਿਉ ਮਨ ਰਚਨਾ, ਕਹੋ ਗੁਸਾਈ ਮਿਲੀਐ ਕਹੇ ਜੋ ਬਵਰਜਿਤ ਤਿਸ ਸਿਉ ਨਿਹ। ਝੂਠ ਬਾਤ ਸਾ ਸਤ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ। ਬਾਵੈ ਮਾਰਗ ਟੇਢਾ ਚਲਣਾ, ਸਿੱਧਾ ਛੋੜ ਅਪੂਠਾ ਬੁਨਣਾ। ਕਹਿੰਦੇ ਉਹਨਾਂ ਚਿਰ ਸਵਰ ਨਹੀਂ ਸਕਦਾ, ਕਿਉਂਕਿ ਨੀਤ ਹੀ ਮਾੜੀ ਹੈ, ਮਾੜੇ ਪਾਸੇ ਵੱਲ ਦੀ ਹੈ। ਅਜੇ ਤਾਂ ਪਾਪਾਂ ਨਾਲ ਪ੍ਰੀਤ ਪਾਈ ਹੋਈ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਕਹਿੰਦੇ ਪਾਪੀ ਨੂੰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਅਜੇ ਨਿੰਦਿਆ ਕਰਨੀ ਚੰਗੀ ਲੱਗਦੀ ਹੈ, ਅਜੇ ਨਿੰਦਿਆ ਵਿੱਚੋਂ ਰਸ ਆਉਂਦਾ ਪਿਆ ਹੈ, ਅਜੇ ਮਾੜੇ ਕਰਮਾਂ ਵਿੱਚੋਂ ਰਸ ਆਉਂਦਾ ਪਿਆ। ਸਤਿਗੁਰੂ ਜੀ ਕਹਿੰਦੇ ਇਹ ਚੰਗੇ ਲੱਗਦੇ ਪਏ ਆ, ਕਿਉਂਕਿ ਇਹਨਾਂ ਵਿੱਚੋਂ ਰਸ ਆਉਂਦਾ ਪਿਆ ਹੈ। ਬਾਕੀ ਰਸ ਫਿੱਕੇ ਲੱਗਣ ਲੱਗ ਜਾਣਗੇ। ਨਿੰਦਿਆ ਕਿਤੇ ਕਰਨੀ ਹੋਵੇ ਨਾ, ਕਈ ਘੰਟੇ ਲੰਘ ਜਾਂਦੇ ਨੇ, ਪਰਵਾਹੀ ਕੋਈ ਨਹੀਂ ਹੈ। ਭਾਵੇਂ ਅੱਤ ਦਾ ਜ਼ਰੂਰੀ ਕੰਮ ਹੋਵੇ, ਕਹਿੰਦੇ ਬੰਦਾ ਵੀ ਭੁੱਲ ਜਾਂਦਾ ਜਦੋਂ ਨਿੰਦਿਆ ਦੇ ਰਸ ਵਿੱਚ ਪਿਆ ਹੋਵੇ, ਮਾੜੇ ਰਸਾਂ ਵਿੱਚ। ਭਾਵ ਇਹ ਠੱਗ ਦੀ, ਜਿਹੜੀ ਚੀਜ਼ ਤੈਨੂੰ ਪਰਮਾਤਮਾ ਭੁਲਾ ਦੇਵੇ, ਮਾਰੇ ਕਹਿੰਦੇ ਉਹ ਮਾਇਆ ਹੈ। ਜਿਸ ਵਸਤੂ ਨਾਲ ਧਨ ਪਦਾਰਥ ਸੰਬੰਧੀ ਕੋਈ ਵੀ ਹੈ, ਜਿਹਨੂੰ ਵੇਖ ਕੇ ਪਰਮਾਤਮਾ ਦੀ ਯਾਦ ਭੁੱਲ ਗਈ, ਸਮਝ ਲਓ ਮਾਇਆ ਹੈ। ਮਾਰੇ ਕਹਿੰਦੇ ਇਹ ਮਾਇਆ ਚਿੱਤ ਹਰ ਵਿਸਰੈ। ਮਾਇਆ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਹਰੀ ਵਿਸਰ ਗਿਆ, ਪਰਮਾਤਮਾ ਭੁੱਲ ਗਿਆ। ਜੇ ਮਾਇਆ ਵਿੱਚ ਰਹਿ ਕੇ ਮਾਧੋ ਚੇਤੇ ਹੈ, ਪਰਮਾਤਮਾ ਚੇਤੇ ਹੈ, ਪਾਤਸ਼ਾਹ ਕਹਿੰਦੇ ਉਹ ਤੇਰੇ ਲਈ ਮਾਇਆ ਨਹੀਂ ਹੈ, ਉਹ ਮਾਇਆ ਨਹੀਂ ਜੇ ਪਰਮਾਤਮਾ ਚੇਤੇ ਹੈ। ਮਾਇਆ ਕੀ? ਅਸੀਂ ਤਾਂ ਧਨ ਪਦਾਰਥ ਨੂੰ ਸਮਝ ਲਿਆ, ਧਨ ਨੂੰ ਹੀ ਮਾਇਆ ਸਮਝ ਲੈਣਾ। ਸਤਿਗੁਰੂ ਜੀ ਕਹਿੰਦੇ ਹਰ ਉਹ ਸ਼ੈ, ਭਾਵੇਂ ਕੋਈ ਅਹੁਦਾ ਹੀ ਹੋਵੇ, ਕਿੱਡਾ ਵੱਡਾ ਅਹੁਦਾ ਹੋਵੇ, ਭਾਵੇਂ ਰੂਪ ਹੋਵੇ, ਸਤਿਗੁਰੂ ਜੀ ਕਹਿੰਦੇ ਕੋਈ ਵੀ ਹੈ, ਜਿਹਨੂੰ ਵੇਖ ਕੇ ਤੈਨੂੰ ਪਰਮਾਤਮਾ ਭੁੱਲ ਗਿਆ, ਉਹ ਮਾਇਆ ਹੈ। ਤੇ ਮਾਇਆ ਦਾ ਠੱਗਿਆ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਠੱਗਿਆ ਜਾ ਰਿਹਾ ਹੈ। ਕਿਉਂਕਿ ਪਾਤਸ਼ਾਹ ਕਹਿੰਦੇ ਮਾਇਆ ਮਾਈ ਮਾਇਆ ਛਲ, ਐ ਮਾਈ, ਇਹ ਮਾਇਆ ਜਿਹੜੀ ਹੈ ਨਾ ਛਲ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿੱਦਾਂ ਠੱਗਿਆ ਜਾਂਦਾ ਪਿਆ ਹੈ। ਸੱਜਣ ਪੁਰਖ ਨੂੰ ਵਿਸਾਰ ਕੇ, ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਤੋਹ। ਸਤਿਗੁਰੂ ਜੀ ਕਹਿੰਦੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ। ਉਦਾਹਰਨ ਬੜੀ ਕਮਾਲ ਦੀ ਗੁਰੂ ਸਾਹਿਬ ਜੀ ਨੇ ਬਖਸ਼ਣਾ ਕੀਤੀ। ਤ੍ਰਿਣ, ਸੁੱਕੇ ਘਾਹ ਨੂੰ ਜਦੋਂ ਅੱਗ ਲੱਗਦੀ ਹੈ ਨਾ, ਅਜੇ ਲੱਕੜਾਂ ਨੂੰ ਸਮਾਂ ਲੱਗਦਾ ਹੈ, ਪਰ ਸੁੱਕੇ ਘਾਹ ਨੂੰ ਅੱਗ ਲੱਗੇ ਤੇ ਵੇਖਦੇ ਹੀ ਵੇਖਦਿਆਂ ਸਾਰਾ ਸੜ ਕੇ ਸੁਆਹ ਕਰ ਦਿੰਦਾ ਹੈ। ਬਹੁਤ ਛੇਤੀ ਜਿਹੜੀ ਅੱਗ ਹੈ ਉਹ ਲੱਗਦੀ ਹੈ। ਮਹਾਰਾਜ ਨੇ ਉਦਾਹਰਨ ਲਈ
ਗੁਰੂ ਸਾਹਿਬ ਜੀ ਕਹਿੰਦੇ ਵੀ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗਦੀ ਹੈ, ਵੇਖਦੇ ਹੀ ਸੜ ਕੇ ਸਵਾਹ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਇਹ ਜਿਹੜੀ ਮਾਇਆ ਛਲ ਹੈ ਨਾ, ਇਹਦਾ ਬਸ ਏਡਾ ਕੀ ਹੈ, ਇੰਨਾ ਚਿਰ ਹੀ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ। ਬੱਦਲਾਂ ਦੀ ਛਾਂ ਵਾਂਗ ਹੈ ਪਾਤਸ਼ਾਹ ਕਹਿੰਦੇ। ਬੱਦਲਾਂ ਦੀ ਛਾਂ ਦਾ ਕੋਈ ਭਰੋਸਾ ਨਹੀਂ। ਬੱਦਲਾਂ ਦੀ ਛਾਂ ਆਸਰੇ ਬੰਦਾ ਕਿੰਨਾ ਕੁ ਚਿਰ ਟਿਕ ਸਕਦਾ ਹੈ। ਇਹ ਮਹਾਰਾਜ ਨੇ ਉਦਾਹਰਨਾਂ ਤਾਂ ਦਿੱਤੀਆਂ, ਭਾਈ ਮਾਇਆ ਦਾ ਕਿਤੇ ਹੰਕਾਰ ਨਾ ਹੋ ਜਾਵੇ, ਮਾਇਆ ਦਾ ਕਿਤੇ ਹੰਕਾਰ ਨਾ ਕਰ ਲਈ। ਪਤਾ ਨਹੀਂ, ਉਹ ਤਾਂ ਪਰਮਾਤਮਾ ਨਾ ਜਿਹੜਾ, ਉਹਦੇ ਕੌਤਕ ਨੇ। ਉਹ ਤਾਂ ਇੱਕ ਸਤਿਗੁਰੂ ਜੀ ਕਹਿੰਦੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਇੱਕ ਛਿਨ ਵਿੱਚ ਹੀ ਰਾਜਿਆਂ ਨੂੰ ਭਿਖਾਰੀ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ। ਇਸ ਮਾਇਆ ਦਾ ਗੁਰੂ ਸਾਹਿਬ ਜੀ ਕਹਿੰਦੇ ਅਭਿਮਾਨ ਹੰਕਾਰ ਨਾ ਕਰੀ। ਬਾਬਾ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਏ, ਹੰਕਾਰ ਨਾ ਕਰ। ਕਹਿੰਦੇ ਇਸ ਗੱਲ ਦਾ ਹੰਕਾਰ ਨਾ ਕਰੀ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਕੋਈ ਲੇਟਣਾ ਉੱਪਰ ਜਾਮੇ ਘਾਸ। ਕਬੀਰ ਗਰਬ ਨਾ ਕੀਜੀਏ। ਭਗਤ ਜੀ ਕਹਿੰਦੇ ਹੰਕਾਰ ਕਿਸੇ ਗੱਲ ਦਾ ਨਹੀਂ। ਰੰਕ ਨਾ ਹਸੀਏ ਕੋਈ। ਕਿਸੇ ਗਰੀਬ ਨੂੰ ਵੇਖ ਕੇ ਕਹਿੰਦੇ, ਕਿਸੇ ਕੰਗਾਲ ਨੂੰ ਵੇਖ ਕੇ ਤੂੰ ਹੱਸੀ ਨਾ, ਤੂੰ ਉਹਦਾ ਮਜ਼ਾਕ ਨਾ ਉਡਾਈ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਈ। ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਅਜੇ ਤਾਂ ਜੀਵਨ ਦੀ ਨਾਉ, ਜੀਵਨ ਦੀ ਬੇੜੀ ਜਿਹੜੀ ਹੈ ਨਾ, ਸਮੁੰਦਰ ਦੇ ਵਿਚਕਾਰ ਹੈ। ਪਤਾ ਨਹੀਂ ਕਦੋਂ ਕਿੱਥੋਂ ਤੂਫਾਨ ਉੱਠੇ, ਕਦੋਂ ਲਹਿਰ ਆਵੇ ਤੇ ਬੇੜੇ ਨੂੰ ਡੋਬ ਕੇ ਰੱਖ ਦਵੇ। ਇਸ ਕਰਕੇ ਕਿਸੇ ਗਰੀਬ ਤੇ ਕਿਸੇ ਕੰਗਾਲ ਤੇ ਹੱਸਣਾ ਨਹੀਂ ਚਾਹੀਦਾ। ਮਾਰੇ ਕਹਿੰਦੇ ਸਮੇਂ ਦਾ ਕੋਈ ਪਤਾ ਨਹੀਂ, ਕਦੋਂ ਕੀਤੇ ਕਿਹੋ ਜਿਹਾ ਸਮਾਂ ਆ ਜਾਵੇ। ਸਾਹਿਬ ਜੀ ਕਹਿੰਦੇ ਮਾਇਆ ਕੀ ਹੈ? ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਪਰਮਾਤਮਾ ਦਾ ਜੇ ਭਜਨ ਨਹੀਂ ਹੈ, ਨਾਲ ਸਾਹਿਬ ਜੀ ਨੇ ਵੀ ਗੱਲ ਕਹੀ ਹੈ ਵੀ ਜੇ ਪਰਮਾਤਮਾ ਦਾ ਭਜਨ ਨਹੀਂ ਹੈ ਤੇ ਇਹ ਹੜ੍ਹ ਦੇ ਪਾਣੀ ਦੀ ਤਰ੍ਹਾਂ ਹੈ। ਹੜ੍ਹ ਦਾ ਪਾਣੀ ਬਹੁਤਾ ਚਿਰ ਨਹੀਂ ਠਹਿਰਿਆ ਰਹਿੰਦਾ, ਬਹੁਤਾ ਚਿਰ ਨਹੀਂ ਰੁਕਿਆ ਰਹਿੰਦਾ। ਹੜ੍ਹ ਦਾ ਪਾਣੀ ਹੋਇਆ, ਬੱਦਲਾਂ ਦੀ ਛਾਂ ਹੋਈ ਤੇ ਸੁੱਕੇ ਘਾਹ ਦੀ ਅੱਗ ਹੋਈ, ਬਹੁਤਾ ਚਿਰ ਨਹੀਂ ਟਿਕੀ ਰਹਿੰਦੀ। ਸਤਿਗੁਰੂ ਜੀ ਕਹਿੰਦੇ ਮਾਇਆ ਵੀ ਇੱਕ ਛਲ। ਪਾਤਸ਼ਾਹ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਨਾਸੀ ਉਹ। ਪੁੱਤਰ ਕਲਤਰ ਤੋਂ, ਪੁੱਤਰ ਤੋਂ ਭਾਵ ਪੁੱਤਰ ਸੰਤਾਨ, ਕਲਤਰ ਇਸਤਰੀ, ਨਾ ਸੰਗ ਤਨਾ। ਧਨ ਵੀ ਮਾਰੇ ਕਹਿੰਦੇ ਤੇਰੇ ਸੰਗ ਜਾਣ ਵਾਲਾ ਨਹੀਂ, ਤੇਰਾ ਸਹਾਈ ਨਹੀਂ ਹੈ, ਤੇਰੀ ਸਹਾਇਤਾ ਕਰਨ ਵਾਲੇ ਨਹੀਂ ਹਨ, ਤੇਰਾ ਸਾਥ ਨਿਭਾਉਣ। ਮਾਰੇ ਕਹਿੰਦੇ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਭਗਤ ਜੀ ਕਹਿੰਦੇ ਕਹਿ ਕਮੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਪਾਤਸ਼ਾਹ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਗੁਰੂ ਸਾਹਿਬ ਜੀ ਕਹਿੰਦੇ ਹਰ ਅਵਨਾਸੀ ਉਹ, ਜਿੱਥੇ ਉਹ ਅਵਨਾਸੀ ਵਾਹਿਗੁਰੂ ਪਰਮਾਤਮਾ ਤੇਰੀ ਸਹਾਇਤਾ ਕਰਨ ਵਾਲਾ, ਤੇਰਾ ਸਾਥ ਦੇਣ ਵਾਲਾ, ਉੱਥੇ ਨਾ ਪੁੱਤਰ ਨਾ ਕਲੱਤਰ ਨਾ ਸੰਗ, ਨਾ ਸੰਗੀ ਸਾਥੀ ਨਾ ਧਨ। ਇਹ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ, ਤੇਰਾ ਸਹਾਇਕ ਨਹੀਂ ਹੈ। ਪਲਚ ਪਲਚ ਸਗਲੀ ਮੋਈ, ਝੂਠੇ ਤੰਦੈ ਮੋਹ। ਪਲਚ ਪਲਚ ਤੋਂ ਭਾਵ ਹੈ ਵੀ ਖੁਆਰ ਹੋ ਜਾਣਾ। ਕਈ ਵਾਰ ਬੰਦਾ ਕਹਿੰਦਾ ਵੀ ਮੈਂ ਇੰਨੀ ਮਿਹਨਤ ਕੀਤੀ ਹੈ, ਮਿਹਨਤ ਕਰ ਕਰਕੇ ਖੁਆਰ ਹੋ ਗਿਆ ਹਾਂ,
ਪਰ ਕੁਝ ਪੱਲੇ ਨਹੀਂ ਪਿਆ ਹੈ, ਖੁਆਰ ਹੋ ਜਾਣਾ। ਜਾਂ ਕਹਿ ਲਈਏ ਵੀ ਬੰਦਾ ਰਿੜਕਦਾ ਤਾਂ ਪਿਆ ਹੈ, ਸਵੇਰ ਤੋਂ ਰਿੜਕਣ ਲੱਗਿਆ ਹੈ, ਪਰ ਰਿੜਕੀ ਪਾਣੀ ਜਾ ਰਿਹਾ ਹੈ। ਹੁਣ ਪਾਣੀ ਨੂੰ ਭਾਵੇਂ ਸਵੇਰ ਤੋਂ ਰਿੜਕੀ ਚੱਲੇ ਤੇ ਭਾਵੇਂ ਕਈ ਜਨਮ ਲੱਗ ਜਾਣ। ਗੁਰੂ ਸਾਹਿਬ ਜੀ ਕਹਿੰਦੇ ਕਈ ਜਨਮ। ਖੁਆਰ ਕਦੋਂ ਹੁੰਦਾ ਹੈ? ਜਦੋਂ ਗੁਰੂ ਦੇ ਗਿਆਨ ਤੋਂ ਵਾਂਝਾ ਹੋ ਜਾਂਦਾ ਹੈ, ਗੁਰੂ ਦੇ ਗਿਆਨ ਨੂੰ ਨਹੀਂ ਧਾਰਨ ਕਰਦਾ। ਫਿਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਪੋਖਰ ਨੀਰ ਵਿਰੋਲੀਐ। ਸਤਿਗੁਰੂ ਜੀ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ। ਚੇਰੀ ਦੀ ਸੇਵਾ ਕਰਦਾ ਪਿਆ ਪਰ ਮਾਲਕ ਤੋਂ ਇਨਕਾਰੀ ਹੋਇਆ ਪਿਆ, ਮਾਲਕ ਦਾ ਕਹਿਣਾ ਨਹੀਂ ਮੰਨਦਾ ਪਿਆ। ਜਿਹੜਾ ਮਾਲਕ ਹੈ, ਪਰਮਾਤਮਾ ਹੈ, ਉਹਦੀ ਗੱਲ ਨਹੀਂ ਮੰਨਦਾ ਪਿਆ ਤੇ ਚੇਰੀਆਂ ਪਿੱਛੇ, ਦਾਸੀਆਂ ਪਿੱਛੇ ਲੱਗਿਆ ਹੋਇਆ, ਸੇਵਕਾਂ ਪਿੱਛੇ, ਨੌਕਰਾਂ ਪਿੱਛੇ, ਜਿਨ੍ਹਾਂ ਤੋਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ, ਪੋਖਰ ਨੀਰ ਵਿਰੋਲੀਐ ਮਾਖਨ ਨਹੀਂ ਰੀਸੈ। ਪਾਤਸ਼ਾਹ ਕਹਿੰਦੇ ਛੱਪੜ ਦੇ ਪਾਣੀ ਨੂੰ, ਭਾਵੇਂ ਕੋਈ ਵੀ ਪਾਣੀ ਹੈ, ਉਹਨੂੰ ਰਿੜਕੀ ਚੱਲ। ਪਾਣੀ ਨੂੰ ਰਿੜਕਣ ਦੇ ਨਾਲ ਮਾਰੇ ਕਹਿੰਦੇ ਮੱਖਣ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਅਗਿਆਨ ਦੇ ਵਿੱਚ, ਭਰਮ ਦੇ ਵਿੱਚ ਪਿਆ ਹੋਇਆ ਬੰਦਾ ਖੁਆਰ ਹੀ ਹੁੰਦਾ, ਭਾਵੇਂ ਕਿੰਨੀ ਮਿਹਨਤ। ਤਾਂ ਹੀ ਆਪਾਂ ਵੇਖਦੇ ਹੋ ਨਾ, ਕਈ ਵਾਰ ਬੰਦਾ ਕਹਿੰਦਾ ਮੈਂ ਤਾਂ ਬਹੁਤ ਸਮਾਂ ਹੋ ਗਿਆ ਮਿੰਨਤਾਂ ਲੱਗਿਆਂ ਨੂੰ, ਪਰ ਜੇ ਵੇਖੀਏ ਹੰਕਾਰ ਉਸੇ ਤਰ੍ਹਾਂ ਹੈ, ਈਰਖਾ ਉਸੇ ਤਰ੍ਹਾਂ ਹੈ, ਲਾਲਚ ਉਸੇ ਤਰ੍ਹਾਂ, ਨਿੰਦਿਆ ਉਸੇ ਤਰ੍ਹਾਂ ਹੀ ਹੈ ਜੀ, ਕ੍ਰੋਧ ਉਸੇ ਤਰ੍ਹਾਂ ਹੀ ਹੈ। ਜੇ ਵਿਕਾਰ ਉਸੇ ਤਰ੍ਹਾਂ ਹੀ ਹਾਵੀ ਨੇ, ਫਿਰ ਤਾਂ ਮਾਰੇ ਕਹਿੰਦੇ ਉਹਦੀ ਗੱਲ ਉਹ ਹੈ ਵੀ ਜਿਵੇਂ ਪਾਣੀ ਰਿੜਕਦਾ ਤਾਂ ਰਿਹਾ ਪਰ ਰਿੜਕਦਾ ਪਾਣੀ ਰਿਹਾ। ਪਾਣੀ ਰਿੜਕਣ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਮੱਖਣ ਤੱਤ ਸਾਰ ਦੀ ਪ੍ਰਾਪਤੀ ਨਹੀਂ ਹੋਏਗੀ। ਤੱਤ ਕਦੋਂ ਪ੍ਰਾਪਤ ਹੋਏਗਾ? ਜਦੋਂ ਸੱਚ ਨੂੰ ਆਪਣੇ ਅੰਦਰ ਧਾਰਨ ਕਰੇਗਾ। ਫਿਰ ਤਾਂ ਭਾਈ ਸਾਹਿਬ ਜੀ ਕਹਿੰਦੇ ਏਦਾਂ ਹੋੜਾ ਫਿਰ ਪਿਆਸ ਬੁਝਣੀ ਹੈ। ਪਾਣੀ ਪਾਣੀ ਕਹਿਣ ਦੇ ਨਾਲ ਪਿਆਸ ਨਹੀਂ ਬੁਝਣ ਵਾਲੀ। ਭਾਈ ਸਾਹਿਬ ਜੀ ਕਹਿੰਦੇ ਖੰਡ ਖੰਡ ਕਹਿਣ ਦੇ ਨਾਲ ਮਿਠਾਸ ਥੋੜਾ ਪ੍ਰਾਪਤ ਹੋਣ ਵਾਲੀ ਹੈ। ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਚੰਦਨ ਚੰਦਨ ਕਹਿ, ਕਹਿੰਦੇ ਚਾਂਦ ਚਾਂਦ ਕਹਿ ਪ੍ਰਗਟੈ ਨਾ ਉਜਾਰੋ ਵਾਸ। ਚਾਂਦ ਚਾਂਦ ਕਹਿ, ਕਹਿੰਦੇ ਚੰਦਨ ਚਾਂਦਨੀ ਪ੍ਰਾਪਤ ਹੋਣ ਵਾਲੀ ਨਹੀਂ ਹੈ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਬਾਸ। ਭਾਈ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਕੋਲ ਨਹੀਂ ਜਾਂਦਾ ਨਾ, ਉਹਨਾਂ ਚਿਰ ਚੰਦਨ ਦੀ ਖੁਸ਼ਬੂ ਨਹੀਂ ਪ੍ਰਾਪਤ ਹੋਣੀ। ਜਿੰਨਾ ਚਿਰ ਪਾਣੀ ਨੂੰ ਆਪਣੇ ਅੰਦਰ ਨਹੀਂ ਜਾਂਦਾ, ਉਹਨਾਂ ਚਿਰ ਪਿਆਸ ਨਹੀਂ ਬੁਝਦੀ। ਤੇ ਸਤਿਗੁਰੂ ਜੀ ਕਹਿੰਦੇ ਜੇ ਸਾਰੀ ਜ਼ਿੰਦਗੀ ਤੂੰ ਪਾਣੀ ਰਿੜਕਦਾ ਰਿਹਾ ਤੇ ਤੈਨੂੰ ਮੱਖਣ ਦੀ ਪ੍ਰਾਪਤੀ ਨਹੀਂ। ਮਾਰੇ ਕਹਿੰਦੇ ਪਲਚ ਪਲਚ ਸਗਲੀ ਮੋਈ, ਫਿਰ ਤਾਂ ਖੁਆਰ ਹੀ ਹੁੰਦਾ ਪਿਆ। ਕਾਹਦੇ ਪਿੱਛੇ? ਝੂਠੇ ਧੰਦੇ ਮੋਹ, ਝੂਠੇ ਧੰਦਿਆਂ ਦੇ ਮਾਰੇ ਕਹਿੰਦੇ ਮੋਹ ਪਿੱਛੇ ਲੱਗ ਕੇ ਖੁਆਰ ਹੁੰਦਾ ਪਿਆ ਹੈ। ਫਿਰ ਪਛਤਾਉਂਦਾ ਹੈ ਵੀ ਮੈਨੂੰ ਤਾਂ ਕੁਝ ਪ੍ਰਾਪਤ ਹੀ ਨਹੀਂ ਹੋਇਆ ਹੈ। ਜਿਵੇਂ ਸੰਤ ਸਿੰਘ ਮਸਕੀਨ ਜੀ ਕਹਿੰਦੇ ਵੀ ਬੰਦਾ ਇੱਕ ਕਦਮ ਅੱਗੇ ਤੇ ਇੱਕ ਪਿੱਛੇ, ਉਹ ਤਾਂ ਖੁਆਰ ਹੀ ਹੋਏਗਾ, ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਉਹਦੀ ਹਾਲਤ ਫਿਰ ਉਹਦੇ ਵਰਗੀ ਹੈ, ਤੇਲੀ ਦੇ ਬੁਲਦ ਵਰਗੀ। ਜਿਵੇਂ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲਿਓ ਨੈਣ, ਉਗਰ ਤਬਾਹੋ ਠਾਹੋ ਹੀ ਠਿਕਾਨੋ ਹੈ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੋ ਪਛਤਾਨੋ ਹੈ। ਮਾਰੇ ਕਹਿੰਦੇ ਜੈਸੇ ਮ੍ਰਿਗ ਲੋ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸਾਤ ਭ੍ਰਮ ਭ੍ਰਮਤ ਹੈਰਾਨੋ ਹੈ।
ਤੈਸੇ ਸੁਪਨ ਅੰਤਰ ਦਿਸੰਤਰ ਵਿਹਾਏ ਗਈ। ਸੁਪਨੇ ਵਿੱਚ ਹੀ ਕਹਿੰਦੇ ਯਾਤਰਾ ਕਰੀ ਜਾ ਰਿਹਾ, ਦਸਾਂ ਦਿਸ਼ਾਵਾਂ ਵਿੱਚ ਦੌੜਦਾ ਪਿਆ, ਸੁਪਨੇ ਵਿੱਚ ਮਹਿਲ ਉਸਾਰੀ ਜਾ ਰਿਹਾ ਹੈ। ਤੇ ਕਈਆਂ ਦੀ ਤਾਂ ਨਾ ਝੂਠੇ ਧੰਦਿਆਂ ਵਿੱਚ ਏਡੇ ਲੱਗ ਜਾਂਦੇ ਨੇ, ਲਾਲਚ ਵਿੱਚ। ਉਹ ਸੋਚੀ ਜਾ ਰਿਹਾ, ਕਹਿੰਦਾ ਵੀ ਮੈਨੂੰ ਤਾਂ ਕਿਤੇ ਨਾ 1 ਕਰੋੜ ਦੀ ਲਾਟਰੀ ਲੱਗ ਜਾਵੇ, ਮੈਂ ਤਾਂ ਆਰਾਮ ਨਾਲ ਬੈਠ ਕੇ। ਕਈ ਇੰਨੇ ਨਿਕੰਮੇ ਹੋ ਜਾਂਦੇ, ਉਦਮ ਹੀ ਨਹੀਂ ਕਰਦੇ, ਮਿਹਨਤ ਹੀ ਨਹੀਂ ਕਰਦੇ ਆ। ਤੇ ਇੱਕ ਦਿਨ ਕਹਿੰਦੇ ਇੱਕ ਨੌਜਵਾਨ ਨੂੰ ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਖਦਾ? ਧਨ ਦੀ ਭਰੀ ਹੋਈ ਪੰਡ ਮਿਲੀ। ਧਨ ਦੀ ਭਰੀ ਹੋਈ ਪੰਡ ਮਿਲੀ ਤੇ ਜਦੋਂ ਉਹਨੂੰ ਚੁੱਕਣ ਲੱਗਿਆ ਤੇ ਕਹਿੰਦੇ ਵਾਵ ਰੋਲਾ ਆਇਆ, ਉਹ ਸਾਰੀ ਧਨ ਦੀ ਪੰਡ ਉਡਾ ਕੇ ਲੈ ਗਿਆ। ਜਦੋਂ ਧਨ ਦੀ ਪੰਡ ਉੱਡ ਗਈ ਤੇ ਉਹ ਬੜਾ ਪਛਤਾਵੇ, ਜਾਗ ਖੁੱਲ ਗਈ ਵੀ ਇੰਨਾ ਵਧੀਆ ਸੁਪਨਾ ਆਇਆ ਸੀ। ਸੁਪਨੇ ਦੇ ਨਾਲ ਚਿੱਤ ਲਾ ਲਿਆ, ਮਾਰੇ ਕਹਿੰਦੇ ਸੁਪਨੇ ਨਾਲ ਹੀ ਚਿੱਤ ਲਾ ਲਿਆ ਹੈ। ਮਨਮੁਖ ਬੰਦਾ ਜਿਹੜਾ ਅੱਤ ਦਾ ਮਾਇਆ ਵਿੱਚ ਖਚਿਤ ਹੋਇਆ, ਉਹਦੀ ਹਾਲਤ ਬਸ ਇਹੀ ਹੁੰਦੀ ਹੈ, ਬਹੁਤ ਚਿੱਤ ਲਾ ਲਿਆ। ਉਹ ਕਹਿੰਦਾ ਕਿਸੇ ਮਹਾਤਮਾ ਕੋਲ ਗਿਆ, ਕਹਿੰਦਾ ਮਹਾਤਮਾ ਜੀ ਮੈਨੂੰ ਸੁਪਨਾ ਆਇਆ, ਮੈਨੂੰ ਕਹਿੰਦੇ ਸੁਪਨਾ ਆਇਆ ਤੇ ਧਨ ਦੀ ਪੰਡ ਮੈਨੂੰ ਮਿਲੀ ਸੁਪਨੇ ਵਿੱਚ, ਪਰ ਵਾਵ ਰੌਲਾ ਆ ਗਿਆ ਤੇ ਧਨ ਦੀ ਪੰਡ ਹੀ ਉਡਾ ਕੇ ਲੈ ਗਿਆ। ਕਹਿੰਦਾ ਕੁਝ ਕਰੋ। ਮਹਾਤਮਾ ਕਹਿੰਦੇ ਕੀ ਕਰੀਏ ਵੀ ਸੁਪਨਾ ਨਾ ਆਵੇ, ਵੀ ਸੁਪਨਾ ਨਾ ਆਵੇ, ਤੇਰੀ ਅਰਦਾਸ ਕਰੀਏ। ਨਹੀਂ, ਕਹਿੰਦਾ ਸੁਪਨਾ ਤਾਂ ਆਵੇ ਪਰ ਵਾਵ ਰੌਲਾ ਨਾ ਆਵੇ। ਵੀ ਜਿਹੜਾ ਸੁਪਨੇ ਦੇ ਵਿੱਚ ਵਾਵ ਰੌਲਾ ਆਉਂਦਾ ਨਾ, ਪਾਂਡੀ ਚੁੱਕ ਕੇ ਲੈ ਗਿਆ। ਸੁਪਨਾ ਵੀ ਧਨ ਦਾ ਵੇਖਣਾ ਚਾਹੁੰਦਾ, ਮਾਰੇ ਕਹਿੰਦੇ ਲੋਭੀ ਬੰਦੇ ਦੀ ਹਾਲਤ ਐਸੀ ਬਣ ਜਾਂਦੀ ਹੈ। ਝੂਠੇ ਧੰਦੇ ਮੋਹ, ਸਤਿਗੁਰੂ ਜੀ ਕਹਿੰਦੇ ਸੁਪਨੇ ਦੇ ਨਾਲ ਚਿੱਤ ਲਾ ਲਿਆ, ਝੂਠੇ ਧੰਦਿਆਂ ਦੇ ਨਾਲ ਮੋਹ ਪੈਦਾ ਹੋ ਗਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਇਕਸ ਹਰਿ ਕੇ ਨਾਮ ਬਿਨ ਅੱਗੇ ਲਈਏ ਖੋਏ। ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਸਭ ਕੁਝ ਖੋਇਆ ਜਾਣਾ ਹੈ। ਸਭ ਕੁਝ ਇੱਥੇ ਹੀ। ਪਾਤਸ਼ਾਹ ਕਹਿੰਦੇ ਤਨ ਵੀ ਇੱਥੇ ਹੀ, ਸਰੀਰ ਵੀ ਇੱਥੇ ਹੀ। ਜਿਹੜੀ ਵਸਤੂ ਜਿਹਨੇ ਨਾਲ ਜਾਣਾ ਤੂੰ ਉਹਦੇ ਨਾਲ ਚਿੱਤ ਲਾ। ਦਈਓ ਵਿਸਾਰ ਵਿਗੁਚਣਾ, ਇਸ ਨੂੰ ਦਈਓ ਪੜ੍ਹਨਾ ਹੈ। ਦੱਦਾ ਯਈਏ ਨੂੰ ਔਂਕੜ ਜਿਹੜਾ ਲਫ਼ਜ਼ ਹੈ, ਇਹਨੂੰ ਦਈਓ। ਦਈਓ ਤੋਂ ਭਾਵ ਹੈ ਉਸ ਪਰਮਾਤਮਾ, ਸੋਹਣਾ ਦਿਆਲੂ ਪਰਮਾਤਮਾ, ਉਸ ਦੇ ਲਈ, ਉਸ ਵਾਹਿਗੁਰੂ ਪਰਮਾਤਮਾ ਦੇ ਲਈ ਇਹ ਲਫ਼ਜ਼ ਵਰਤਿਆ ਹੈ। ਸਤਿਗੁਰੂ ਜੀ ਕਹਿੰਦੇ ਦਈਓ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨਾ ਕੋਏ। ਸਾਹਿਬ ਜੀ ਕਹਿੰਦੇ ਵੀ ਦਈਓ ਨੂੰ ਵਿਸਾਰ ਕੇ ਵਿਗੁਚਣਾ ਹੀ ਹੈ, ਖੁਆਰੀ ਹੈ, ਖੱਜਲ ਖੁਆਰੀ ਹੈ। ਦਈਏ ਪਰਮਾਤਮਾ ਨੂੰ ਭੁਲਾ ਕੇ ਬਾਕੀ ਕੰਮ ਇਸ ਤਰ੍ਹਾਂ ਨੇ ਵੀ ਬੰਦਾ ਮਿਹਨਤ ਕਰ ਰਿਹਾ ਪਰ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ ਪਈ, ਬਸ ਚੱਲਦਾ ਪਿਆ, ਪਹੁੰਚਦਾ ਕਿਤੇ ਵੀ ਨਹੀਂ ਹੈ, ਚੱਲਿਆ ਹੋਇਆ ਪਹੁੰਚਿਆ ਕਿਤੇ ਵੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਖੁਆਰੀ ਪ੍ਰਾਪਤ ਹੁੰਦੀ ਹੈ, ਬਸ ਹਾਲਤ ਉਹ ਹੈ ਵੀ ਜਿਵੇਂ ਪਾਣੀ ਨੂੰ ਰਿੜਕਣ ਵਾਲੀ ਗੱਲ ਹੈ, ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਪਰਮਾਤਮਾ ਨੂੰ ਵਿਸਾਰ ਕੇ, ਪ੍ਰਭ ਬਿਨ ਅਵਰ ਨਾ ਕੋਏ, ਪਰਮਾਤਮਾ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਜਿਹੜੇ ਪ੍ਰੀਤਮ ਸੋਹਣੇ ਪਰਮਾਤਮਾ ਦੇ ਚਰਨਾਂ 'ਚ ਲੱਗ ਗਏ ਨੇ ਨਾ, ਜੁੜ ਗਏ ਨੇ, ਮਾਰੇ ਕਹਿੰਦੇ ਉਹਨਾਂ ਦੀ ਸੋਭਾ ਵੀ ਨਿਰਮਲ ਹੈ। ਇਹ ਮਾਇਆ ਦੀ ਸੋਭਾ ਤਾਂ 4 ਦਿਹਾੜੇ ਹੈ, ਜਾਂਦੀ ਬਿਲਮ ਨਾ ਹੋਏ। ਪਾਤਸ਼ਾਹ ਕਹਿੰਦੇ ਦੇਰੀ ਨਹੀਂ ਲੱਗਦੀ। ਆ ਸੱਚੀ ਸੋਭਾ ਕੀ ਹੈ? ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੱਚੀ ਸੋਭਾ ਕੀ ਹੈ? ਮਾਰੇ ਕਹਿੰਦੇ ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਫਕੀਰ ਕਹਿੰਦੇ ਕੰਗਾਲ ਨੂੰ।
ਜਿਨ੍ਹਾਂ ਦੇ ਪੱਲੇ ਜਿਹੜਾ ਧਨ ਦੀ ਸੋਭਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣਾਂ ਦੇ ਗਹੀਰ ਖਜ਼ਾਨੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ। ਸਤਿਗੁਰੂ ਜੀ ਕਹਿੰਦੇ ਨਿਰਮਲ ਸੋਭਾ ਉਹਨਾਂ ਦੀ ਹੈ ਜਿਹੜੇ ਪ੍ਰੀਤਮ ਦੇ ਚਰਨਾਂ ਵਿੱਚ ਜੁੜ ਜਾਂਦੇ ਨੇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇੱਕ ਬੇਨਤੀ ਹੈ। ਬੇਨਤੀ ਕੀ ਹੈ? ਐ ਮੇਰੇ ਵਾਹਿਗੁਰੂ, ਇੱਕ ਬੇਨਤੀ ਹੈ ਵੀ ਸਾਨੂੰ ਮਿਲਣਾ ਕਰ। ਅਸੀਂ ਤਾਂ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਅਸੀਂ ਵਿਛੜੇ ਹੋਏ ਹਾਂ। ਵਿਛੜੇ ਵੀ ਕਾਹਦੇ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹੋਏ ਹਾਂ। ਅਰਦਾਸ ਕਰਨੀ ਉਸ ਵਾਹਿਗੁਰੂ ਨੂੰ ਮਿਲਣ ਦੀ, ਉਹਦੇ ਨਾਲ ਮਿਲਾਪ ਹੋ ਜਾਵੇ। ਉਹਦੇ ਨਾਲ ਉਹਨੂੰ ਲੱਭਣ ਦੀ ਲੋੜ ਨਹੀਂ, ਲੱਭੀਏ ਤਾਂ ਜੇ ਉਹ ਗਵਾਚਿਆ ਹੋਵੇ। ਬਸ ਉਹਨੂੰ ਇਹ ਅਰਦਾਸ ਕਰੀਏ, ਮਾਲਕ ਜੀ ਅਸੀਂ ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲਾ ਲਓ। ਅਸੀਂ ਗਵਾਚੇ ਹੋਏ ਹਾਂ, ਪਰਮਾਤਮਾ ਨਹੀਂ ਗਵਾਚਿਆ, ਉਹ ਤਾਂ ਸਾਰੀਆਂ ਥਾਵਾਂ ਤੇ ਹੈ। ਅਸੀਂ ਗਵਾਚੇ ਹੋਏ ਹਾਂ। ਮਾਰੇ ਕਹਿੰਦੇ ਅਸੀਂ ਭਟਕ ਚੁੱਕੇ ਹਾਂ ਮਾੜੇ ਕਰਮਾਂ ਵਿੱਚ, ਝੂਠੀਆਂ ਉਸਤਤਾਂ ਵਿੱਚ, ਝੂਠੇ ਕਰਮਾਂ ਦੇ ਵਿੱਚ ਲੱਗ ਕੇ ਉਹਨਾਂ ਵਿੱਚ ਭਟਕ ਚੁੱਕੇ ਹਾਂ, ਗਵਾਚ ਚੁੱਕੇ ਹਾਂ। ਅੱਜ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਉਸਤਤ ਕਹਿਣ ਤੋਂ ਬਾਹਰ ਹੈ। ਕਵੀ ਭੱਟ ਜੀ ਤਾਂ ਕਹਿੰਦੇ ਨੇ, ਕਹਿੰਦੇ ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਕਹਿੰਦੇ ਬੱਦਲਾਂ ਦੀਆਂ ਬੂੰਦਾਂ ਵਰਖਾ, ਸਾਰੀ ਬਨਸਪਤੀ ਦੇ ਫੁੱਲ ਖਿੜ ਜਾਣ। ਕੁਸਮ ਬਸੰਤ ਗਨੰਤ ਨ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ। ਤੇ ਕਹਿੰਦੇ ਰਵ ਤੇ ਸਸ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਸਾਰੀਆਂ ਗਿਣ ਲਈਆਂ ਜਾਣ। ਸਾਗਰ ਦੀ ਗਹਿਰਾਈ ਵੀ ਨਾਪ ਲਈ ਜਾਵੇ। ਭੱਟ ਜੀ ਕਹਿੰਦੇ ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਕਹਿੰਦੇ ਗੰਗ ਦੀਆਂ ਲਹਿਰਾਂ ਦਾ ਵੀ ਕੋਈ ਅੰਤ ਪਾ ਲਵੇ, ਗੰਗਾ ਦੀਆਂ ਲਹਿਰਾਂ ਦਾ ਵੀ। ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ। ਸਭ ਤੋਂ ਜ਼ਿਆਦਾ ਜਿਹੜਾ ਧਿਆਨ ਰੁਦਰ ਸ਼ਿਵ ਜੀ ਦੇ ਧਿਆਨ ਨੂੰ ਮੰਨਿਆ ਗਿਆ ਸੀ, ਬੜੀ ਸਮਾਧੀ ਲਾਉਂਦਾ ਸੀ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨਹਿ ਜੋ ਗਾਵੇ। ਭੱਲ ਜੀ ਕਹਿੰਦੇ, ਕਵੀ ਭੱਟ ਜੀ ਕਹਿੰਦੇ ਵੀ ਗੁਰੂ ਦੇ ਗਿਆਨ ਦਾ ਮੁਕਾਬਲਾ ਨਹੀਂ ਹੈ। ਇਹਨਾਂ ਦਾ ਭਾਵੇਂ ਸੂਰਜ ਦੀਆਂ ਕਿਰਨਾਂ ਦਾ, ਸਮੁੰਦਰ ਦੀ ਗਹਿਰਾਈ ਦਾ, ਤੇ ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨਹਿ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਕੁਲ ਦੇ ਵਿੱਚੋਂ ਭੱਲੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਐ ਗੁਰੂ ਅਮਰਦਾਸ ਸਾਹਿਬ ਜੀਓ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਤੁਹਾਡੀ ਉਪਮਾ ਦੀ ਬਰਾਬਰੀ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ। ਸਤਿਗੁਰੂ ਜੀ ਗੁਰੂ ਅੰਗਦ ਦੇਵ ਸਾਹਿਬ ਜੀ 1552 ਨੂੰ ਕਿਸੇ ਨੇ ਸੋਚਿਆ ਨਹੀਂ ਸੀ ਕਿ ਏਡੀ ਉਮਰ ਦੇ ਵਿੱਚ 62 ਸਾਲ ਦੀ ਉਮਰ ਹੋ ਗਈ ਵੀ ਇਸ ਉਮਰ ਦੇ ਵਿੱਚ ਮਹਾਰਾਜ ਨੇ ਆਏ ਸ਼ਰਨ ਵਿੱਚ 12 ਸਾਲ ਗਾਗਰ ਢੋਈ, ਝੱਖੜ ਵੀ ਵਰਤਿਆ, ਗਰਮੀ ਹੋਵੇ ਸਰਦੀ ਹੋਵੇ, ਤਿੰਨ ਕੋ
ਬਿਆਸਾ ਦਰਿਆ ਤੋਂ ਜਲ ਲੈ ਕੇ ਆਉਣਾ, ਗੁਰੂ ਸਾਹਿਬ ਜੀਆਂ ਨੂੰ ਇਸ਼ਨਾਨ ਕਰਾਉਣਾ, ਲੰਗਰ ਦੀ ਸੇਵਾ ਕਰਨੀ, ਬਰਤਨਾਂ ਦੀ ਸੇਵਾ ਕਰਨੀ, ਇੱਥੋਂ ਤੱਕ ਕਿ ਬੋਲ ਕਬੋਲ ਜਲਾਹੀ ਨੇ ਇਹ ਵੀ ਕਹਿਣਾ ਕੀਤਾ, ਜਦੋਂ ਖੱਡੀ ਦੇ ਵਿੱਚ ਪੈਰ ਅਟਕੇ ਨਾ, ਮਹਾਰਾਜ ਦਾ ਚਰਨ ਅਟਕਿਆ ਡਿਗੇ, ਜਲਾਹਾ ਕਹਿੰਦਾ ਵੀ ਐਡੀ ਰਾਤ ਨੂੰ ਕਿਹੜਾ ਹੈ? ਉਹ ਕਹਿੰਦੀ ਹੋਣਾ ਕੌਣ ਹੈ? ਅਮਰੂ ਨਿਥਾਵਾ ਹੋਣਾ, ਜਿਹੜਾ ਪੇਟ ਦੀ ਖਾਤਰ ਆਪਣੇ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ। ਇਹ ਗੱਲ ਇਹ ਬੋਲ ਕਹੇ ਤੇ ਬਾਬਾ ਜੀ ਕਹਿੰਦੇ, ਬਾਬਾ ਅਮਰਦਾਸ ਜੀ ਕਹਿੰਦੇ, ਐ ਜਲਾਹੀ ਤੂੰ ਚੱਲੀ ਹੈ, ਤੈਨੂੰ ਪਤਾ ਨਹੀਂ? ਕਹਿੰਦੇ ਨਿਥਾਵਾ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਕਹਿੰਦੇ ਹੁਣ ਤਾਂ ਮੈਂ ਗੁਰੂ ਵਾਲਾ ਬਣ ਗਿਆ। ਇਹ ਲਫ਼ਜ਼ ਵਰਤੇ। ਆ ਕੇ ਅਗਲੇ ਦਿਨ ਜਲਾਹਾ ਆਇਆ, ਆਪਣੀ ਘਰਵਾਲੀ, ਉਹਦੀ ਘਰਵਾਲੀ ਝੱਲੀ ਹੋ ਗਈ ਸੀ ਵਾਕਈ। ਕਹਿੰਦਾ ਮਹਾਰਾਜ ਬਖਸ਼ ਦਿਓ, ਇਹ ਬਚਨ ਨਿਕਲ ਗਏ। ਸਤਿਗੁਰੂ ਜੀ ਕਹਿੰਦੇ ਜਿਹਨੂੰ ਨਿਥਾਵਾ ਕਿਹਾਣਾ, ਉਹ ਨਿਥਾਵਿਆਂ ਦੇ ਥਾਵ, ਨਿਉਟਿਆਂ ਦੀ ਓਟ, ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਨਿਧਰਿਆਂ ਦੀ ਧਿਰ, ਨਿਗਤਿਆਂ ਦੀ ਗੱਤ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਇਹ ਬਚਨ ਕੀਤੇ ਸਨ ਵੀ ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ ਨੇ, ਨਿਤਾਣਿਆਂ ਦੇ ਤਾਣ। ਇਸ ਤਰ੍ਹਾਂ 12 ਜਿਹੜੇ ਬਚਨ ਸੀ ਉਹ ਕੀਤੇ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ। ਤੇ ਮਹਾਰਾਜ ਨੇ ਫਿਰ ਗੁਰਤਾ ਗੱਦੀ 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇਹ ਸਾਰੀ ਸੰਗਤ ਨੂੰ ਕਿਹਾ, ਭਾਈ ਸਾਡਾ ਉਹ ਸਿੱਖ ਹੋਏਗਾ ਜਿਹੜਾ ਗੁਰੂ ਅਮਰਦਾਸ ਸਾਹਿਬ ਨੂੰ ਚਰਨਾਂ 'ਚ ਨਮਸਕਾਰ ਕਰੇਗਾ, ਆਪਣਾ ਗੁਰੂ ਮੰਨੇਗਾ। ਜਿਹੜਾ ਮੇਰੇ ਤੇ ਗੁਰੂ ਅਮਰਦਾਸ ਸਾਹਿਬ ਵਿੱਚ ਫਰਕ ਸਮਝੇਗਾ, ਮਾਰੇ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੈ। ਇਹ ਬਚਨ ਕੀਤੇ ਸਨ। ਭਾਵੇਂ ਪੁੱਤਰਾਂ ਨੇ ਵਿਰੋਧ ਵੀ ਕੀਤਾ ਸੀ, ਬੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਨਿਮਰਤਾ ਦੀ ਮੂਰਤ ਸੇਵਾ ਦੇ ਪੁੰਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਅੱਜ ਦੇ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਅੱਜ ਵਿਸਾਖੀ, 1 ਵਿਸਾਖ ਹੈ। ਵਿਸਾਖੀ ਜਿਹੜਾ ਤਿਉਹਾਰ ਹੈ, ਦਿਹਾੜਾ ਹੈ, ਇਹ ਤਾਂ ਮਹਾਨ ਹੈ ਕਿਉਂਕਿ ਇਸ ਦਿਨ ਦੇ ਨਾਲ ਸਾਡੇ ਸਿੱਖ ਇਤਿਹਾਸ ਦੇ ਬੜੇ ਪੰਨੇ ਜੁੜੇ ਹੋਏ ਨੇ। ਇਤਿਹਾਸ ਕਹਿੰਦਾ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਚੜ੍ਹਿਆ ਸੋਧਣ ਧਰਤ ਲੁਕਾਈ, ਮਹਾਰਾਜ ਉਦਾਸੀਆਂ ਆਰੰਭ ਕੀਤੀਆਂ, ਉਦਣ ਵਿਸਾਖੀ ਦਾ ਦਿਹਾੜਾ ਸੀ। ਵਿਸਾਖੀ ਜਿਹੜੀ ਮਨਾਈ ਗਈ ਹੈ, ਆਰੰਭ ਕੀਤੀ ਗਈ ਗੁਰੂ ਘਰ ਦੇ ਵਿੱਚ, ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ। ਸਿੱਖ ਭਾਈ ਪਾਰੋ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਦਿਨ ਨਿਯਤ ਕੀਤਾ ਜਾਵੇ, ਕਿਉਂਕਿ ਜਾਣ ਪਛਾਣ ਨਹੀਂ ਹੁੰਦੀ, ਸੰਗਤ ਬੜੀ ਦੂਰ ਦੂਰ ਤੋਂ ਆਉਂਦੀ ਹੈ, ਵੀ ਐਸਾ ਦਿਨ ਨਿਯਤ ਕੀਤਾ ਜਾਵੇ ਵੀ ਜਿੱਦਣ ਸਾਰੀ ਸੰਗਤ ਇਕੱਤਰ ਹੋ ਜਾਵੇ, ਇਕੱਠੀ ਹੋਵੇ। ਤੇ ਉਸ ਵਕਤ ਗੁਰੂ ਸਾਹਿਬ ਜੀਆਂ ਨੇ ਬੇਨਤੀ ਮੰਨ ਕੇ ਮਹਾਰਾਜ ਨੇ ਵਿਸਾਖੀ ਵਾਲਾ ਦਿਨ ਨਿਯਤ ਕੀਤਾ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਵਿਸਾਖੀ ਮਨਾਈ ਗਈ। 13 ਸਿੰਘ ਦਮਦਮੀ ਟਕਸਾਲ ਦੇ ਜਿਹੜੇ ਨਰਕ ਧਾਰੀਆਂ ਨੇ ਸ਼ਹੀਦ ਕੀਤੇ, ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ, ਜਦੋਂ ਉਹ ਬੇਅਦਬੀ ਕਰ ਰਹੇ ਸਨ ਨਿਰੰਕਾਰੀਏ, ਉਹਨਾਂ ਦਾ ਵਿਰੋਧ ਕਰਦਿਆਂ ਕਹਿੰਦੇ ਜਦੋਂ ਉਹਨਾਂ ਨੇ ਫਿਰ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਵਿਸਾਖੀ ਵਾਲਾ ਦਿਨ ਸੀ ਜਿੱਦਣ ਬੀਬੀ ਰਜਨੀ, ਪੱਟੀ ਦੇ ਰਾਜੇ ਦੀ ਪੁੱਤਰੀ ਸੀ ਬੀਬੀ ਰਜਨੀ ਰਾਜ ਕੌਰ,
ਜਿਹਨੇ ਕਿਹਾ ਸੀ ਕਿ ਮੈਂ ਪਰਮਾਤਮਾ ਦਾ ਦਿੱਤਾ ਖਾਨੀ, ਮੈਨੂੰ ਭਰੋਸਾ ਹੈ ਪਰਮਾਤਮਾ ਤੇ। ਉਹ ਕਹਿੰਦਾ ਵੇਖਦੇ ਆ ਵੀ ਹੁਣ ਤੇਰੀ ਕਿਹੜਾ ਬਾਹ ਫੜੇਗਾ। ਉਹਨੇ ਕੀ ਕੀਤਾ, ਇੱਕ ਕੋੜੀ ਨਾਲ, ਜਿਹੜਾ ਨਾ ਚੱਲ ਸਕਦਾ ਸੀ ਨਾ ਕਹਿੰਦੇ ਕੋਈ ਕੰਮ ਕਾਰ ਕਰ ਸਕਦਾ ਸੀ, ਕਹਿੰਦੇ ਹੁਣ ਵੇਖਦੇ ਆ ਵੀ ਕਿਹੜਾ ਤੈਨੂੰ ਰੋਟੀ ਦਿੰਦਾ ਹੈ, ਕਿਹੜਾ ਪਾਲਦਾ ਹੈ। ਇਹਨੇ ਛਾਵੜੀ ਦੇ ਵਿੱਚ ਨਾ ਟੋਕਰੀ ਦੇ ਵਿੱਚ ਆਪਣੇ ਪਤੀ ਨੂੰ, ਕੋਹੜੀ ਨੂੰ, ਪਿੰਗਲੇ ਨੂੰ ਚੁੱਕ ਕੇ ਥਾਂ ਥਾਂ ਤੇ ਜਾਣਾ। ਤੇ ਇੱਕ ਦਿਨ ਕਰਦਿਆਂ ਕਰਦਿਆਂ ਨਾ, ਜਿੱਥੇ ਅੱਜ ਅੰਮ੍ਰਿਤ ਸਰੋਵਰ ਹੈ ਨਾ, ਦੁੱਖ ਭੰਜਨੀ ਬੇਰੀ ਹੈ ਅੰਮ੍ਰਿਤਸਰ ਸਰੋਵਰ ਦੇ ਵਿੱਚ, ਇੱਥੇ ਆ ਗਈ। ਤੇ ਇਸ ਬੇਰੀ ਦੀ ਛਾਂ ਹੇਠਾਂ ਆਪਣੇ ਪਤੀ ਨੂੰ ਰੁਕ ਕੇ ਆਪ ਰੋਟੀ ਪ੍ਰਸ਼ਾਦਾ ਲੈਣ ਚਲੇਗੀ। ਤੇ ਇਹਦੇ ਪਤੀ ਨੇ ਵੇਖਿਆ ਤੇ ਕਹਿੰਦੇ ਇਸ ਵੇਖ ਕੇ ਹੈਰਾਨ ਹੋ ਗਿਆ। ਪਾਣੀ ਖੜਾ ਸੀ, ਜਲ ਸੀ ਛੱਪੜ ਦਾ, ਛੱਪੜ ਹੀ ਲੱਗਦਾ ਸੀ ਪਹਿਲਾਂ ਭਾਵ। ਉਹਨੇ ਜਦੋਂ ਵੇਖਿਆ ਕਹਿਣ ਲੱਗੇ ਵੀ ਇਹ ਤਲਾਅ ਦੇ ਵਿੱਚ ਨਾ, ਕਿਉਂਕਿ ਇੰਨਾ ਉਦੋਂ ਪ੍ਰਚਲਿਤ ਨਹੀਂ ਹੋਇਆ ਸੀ, ਪ੍ਰਗਟ ਨਹੀਂ ਹੋਇਆ ਸੀ। ਕੀ ਵੇਖਦਾ, ਕਹਿੰਦੇ ਕਾਲੇ ਕਾਂ ਚਿੱਟੇ ਹੋ ਨਿਕਲਦੇ ਪਏ। ਸੋਚਿਆ ਵੀ ਮੈਂ ਵੀ ਇਸ ਰਿਹਾ ਨਾ ਗਿਆ, ਕਹਿੰਦੇ ਇਸ ਤਲਾਅ ਵਿੱਚ, ਇਸ ਸਰੋਵਰ ਵਿੱਚ, ਇਸ ਜਲ ਦੇ ਵਿੱਚ, ਕਹਿੰਦੇ ਇਸ ਕੋੜੀ ਨੇ ਇਸ਼ਨਾਨ ਕੀਤਾ, ਕੰਚਨ ਵਰਗੀ ਦੇਹੀ ਹੋ ਗਈ। ਬੀਬੀ ਰਜਨੀ ਨੂੰ ਲੱਗਿਆ ਵੀ ਸ਼ਾਇਦ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ, ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਗਏ ਨਿਰਣਾ ਹੋਇਆ। ਮਾਰੇ ਕਹਿੰਦੇ ਬੀਬੀ ਰਜਨੀ, ਐ ਧੀਏ, ਐ ਬੱਚੀਏ, ਇਹ ਸਰੋਵਰ ਇਹ ਕੋਈ ਆਮ ਜਲ ਨਹੀਂ ਹੈ। ਕਹਿੰਦੇ ਇਹ ਸਰੋਵਰ ਦੀ ਮਹਿਮਾ। ਪਵੇਂ ਦੀ ਵਿਸਾਖੀ ਆਈ 13 ਅਪ੍ਰੈਲ। ਮਹਾਰਾਜ ਨੇ ਸੰਗਤਾਂ ਨੂੰ ਚਿੱਠੀਆਂ, ਹੁਕਮਨਾਮੇ ਲਿਖ ਕੇ ਭੇਜੇ। ਦੂਰ ਦੂਰ ਤੋਂ ਸੰਗਤਾਂ ਆਈਆਂ ਨੇ। ਸੰਗਤਾਂ ਅੰਦਰ ਵੀ ਬੜਾ ਚਾਅ ਹੈ ਵੀ ਕਲਗੀਧਰ ਦਸ਼ਮੇਸ਼ ਪਿਤਾ ਨੇ ਆਪ ਬੁਲਾਇਆ ਹੈ ਕੀਤੇ ਹੋਏ। ਅੱਜ ਕਹਿੰਦੇ ਸਤਿਗੁਰਾਂ ਦਾ ਜਿਹੜਾ ਤੇਜ ਪ੍ਰਤਾਪ ਸੀ ਉਹ ਚੱਲਿਆ ਨਹੀਂ ਸੀ ਜਾਂਦਾ। ਗੁਰੂ ਸਾਹਿਬ ਜੀਆਂ ਨੇ ਸ਼ਮਸ਼ੀਰ ਜਿਹੜੀ ਸੀ ਉਹ ਬੇਮਿਆਨ ਕੀਤੀ। ਸਤਿਗੁਰੂ ਜੀ ਸ਼ਮਸ਼ੀਰ ਲੈ ਕੇ ਨਾ ਗੁਰੂ ਸਾਹਿਬ ਜੀ ਭਰੀ ਸਭਾ ਦੇ ਵਿੱਚ ਕੀ ਬਚਨ ਕਰਨਗੇ। ਬਚਨ, ਇੱਕ ਬਚਨ ਸੁਣਨ ਦੇ ਲਈ ਸੰਗਤ ਤਰਸਦੀ ਪਈ ਹੈ। ਸਾਰੇ ਚੁੱਪ ਨੇ, ਏਡੀ ਵੱਡੀ ਸਭਾ, ਕੋਈ ਆਵਾਜ਼ ਨਹੀਂ ਆ ਰਹੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਿਜਲੀ ਤੋਂ ਤੇਜ਼ ਲਿਸ਼ਕਦੀ ਹੋਈ ਤਲਵਾਰ ਮਹਾਰਾਜ ਨੇ ਆਪਣੇ ਹੱਥਾਂ ਦੇ ਵਿੱਚ ਪਕੜੀ ਤੇ ਗਰਜਵੀਂ ਆਵਾਜ਼ ਵਿੱਚ ਪਹਿਲਾ ਹੀ ਬਚਨ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਇੱਕ ਸਿੱਖ ਉੱਠੇ ਤੇ ਮਾਰੇ, ਕਹਿੰਦੇ ਖਾਲਸਾ ਸਾਜਣਾ ਹੈ ਤੇ ਆਪਣਾ ਸੀਸ ਭੇਟਾ ਕਰੇ। ਜਦੋਂ ਇਹ ਗੱਲ ਮਹਾਰਾਜ ਨੇ ਕਈ ਬਚਨ ਕੀਤਾ, ਸਾਰੇ ਸਨਾਟਾ ਛਾ ਗਿਆ। ਅਬਦੁਲ ਤਰਾਨੀ ਸੀ ਔਰੰਗਜ਼ੇਬ ਦਾ ਜਾਸੂਸ, ਜਿਹੜਾ ਕੱਲੀ ਕੱਲੀ ਰਿਪੋਰਟ ਭੇਜਦਾ ਸੀ। ਉਹਦੀ ਆਖਰੀ ਰਿਪੋਰਟ ਹੈ ਅਲੀਗੜ੍ਹ ਯੂਨੀਵਰਸਿਟੀ ਵਿੱਚ, ਕਹਿੰਦੇ ਉਹ ਰਿਪੋਰਟ ਪਈ ਵੀ ਹੈ ਉਹਦੀ। ਉਹਨੇ ਸਾਰਾ ਦ੍ਰਿਸ਼ ਵੇਖਿਆ। ਉਹ ਕਹਿੰਦਾ ਵੀ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਚੱਲਿਆ ਨਹੀਂ। ਜਦੋਂ ਮਹਾਰਾਜ ਨੇ ਸੀਸ ਦੀ ਮੰਗ ਕੀਤੀ, ਕਹਿੰਦੇ ਸਨਾਟਾ ਛਾ ਗਿਆ ਇੱਕੋ ਦਮ। ਸਾਰੇ ਵੀ ਆਹ ਮਹਾਰਾਜ ਨੇ ਕੀ ਕਹਿ ਦਿੱਤਾ ਹੈ, ਸੀਸ ਮੰਗਣ ਲੱਗੇ ਨੇ। ਕਈਆਂ ਨੇ ਤਾਂ ਜ਼ਮੀਨ ਨੂੰ ਹੀ ਦੇਵਤਾ ਬਣਾ ਲਿਆ, ਭਾਵ ਥੱਲੇ ਨੀਵੀਆਂ ਪਾ ਲੀਆਂ। ਤੇ ਜਿਹੜੇ ਸਾਨਣਾ ਕੁਝ ਉਹ ਪਿੱਛਾ ਨੂੰ ਚੱਲਣ ਲੱਗ ਗਏ ਵੀ ਕਿਤੇ ਸੱਚਮੁੱਚ ਹੀ ਨਾ ਸਤਿਗੁਰੂ ਜੀ ਕੱਲੇ ਕੱਲੇ ਦਾ ਸੀਸ ਲੈਣ ਲੱਗ ਜਾਣ। ਡਰ ਗਏ ਕਈ ਮਸੰਦ ਜਿਹੜੇ ਸਨ। ਸਤਿਗੁਰੂ ਜੀ ਨੇ ਫਿਰ ਦੂਜੀ ਆਵਾਜ਼ ਲਗਾਈ, ਕੋਈ ਹੈ ਸਿੱਖ ਕਾ ਬੇਟਾ ਜੋ ਸੀਸ ਕਰੇ ਬੇਟਾ। ਮਾਰੇ ਕਹਿੰਦੇ ਕੋਈ ਸੀਸ ਭੇਟ ਕਰੇ, ਹੈ ਕੋਈ ਸਿੱਖ? ਕਹਿੰਦੇ ਉਸ ਵਕਤ ਵੀ ਕੋਈ ਨਾ ਉੱਠਿਆ। ਫਿਰ ਭਾਈ ਦਇਆ ਸਿੰਘ ਦੇ ਮਨ ਵਿੱਚ ਆਈ, ਦਇਆ ਰਾਮ ਸੀ,
ਲਾਹੌਰ ਦੇ ਰਹਿਣ ਵਾਲੇ। ਦਇਆ ਰਾਮ ਜੀ ਕਹਿੰਦੇ ਇਹ ਸਾਰਾ ਕੁਝ ਗੁਰੂ ਦਾ ਬਖਸ਼ਿਆ ਹੈ। ਤੀਸਰੀ ਆਵਾਜ਼ ਮਾਰੀ ਤੇ ਭਾਈ ਦਇਆ ਰਾਮ ਜੀ ਉੱਠ ਕੇ ਖਲੋ ਗਏ। ਕਹਿੰਦੇ ਐ ਸੱਚੇ ਪਾਤਸ਼ਾਹ, ਇਹ ਸੀਸ ਵੀ ਇਹ ਸਭ ਕੁਝ ਤੁਹਾਡਾ ਬਖਸ਼ਿਆ। ਮਹਾਰਾਜ ਨੇ ਸਟੇਜ ਤੇ ਲਿਆਂਦਾ ਭਰੀ ਸਭਾ ਵਿੱਚ। ਕਹਿੰਦੇ ਦਇਆ ਰਾਮ, ਕਿਸੇ ਤੋਂ ਤੰਗ ਤਾਂ ਨਹੀਂ, ਪਰਿਵਾਰ ਤੋਂ ਜਾਂ ਹੋਰ ਤੋਂ ਕਿਸੇ ਕੋਈ ਦੁੱਖ ਕਰਕੇ ਤਾਂ ਨਹੀਂ ਤੂੰ ਸੀਸ ਭੇਟਾ ਕਰਨ ਲੱਗਿਆ? ਕਹਿੰਦਾ ਨਹੀਂ ਮਹਾਰਾਜ, ਤੁਹਾਡੀ ਖੁਸ਼ੀ ਲੈਣੀ ਹੈ, ਖੁਸ਼ੀ ਖਾਤਰ ਇਹ ਸੀਸ ਵੀ ਤੁਹਾਡਾ ਹੈ, ਤੁਹਾਨੂੰ ਭੇਟਾ ਕਰਨਾ। ਮਹਾਰਾਜ ਨੇ ਉਹ ਅਬਦੁਲ ਤਰਾਨੀ ਤਾਂ ਕਹਿੰਦਾ ਮਹਾਰਾਜ ਨੇ ਸਾਰਿਆਂ ਦੇ ਸਾਹਮਣੇ, ਅੱਜ ਭਾਵੇਂ ਕਈ ਇਤਿਹਾਸਕਾਰਾਂ ਨੇ ਇਹ ਲਿਖ ਦਿੱਤਾ ਵੀ ਬੱਕਰੇ, ਪਰ ਨਹੀਂ ਭਾਈ, ਜੋ ਗੁਰੂ ਸਾਹਿਬ ਜੀ ਤਾਂ ਆਪ ਜਫਰਨਾਮੇ 'ਚ ਜ਼ਿਕਰ ਕਰਦੇ, ਮਰਦ ਉਹ ਹੈ ਜਿਹਦੇ ਪੇਟ ਵਿੱਚ ਤੇ ਜਿਹਦੇ ਮੁੱਖ ਵਿੱਚ ਇੱਕੋ ਗੱਲ, ਜਿਹਦੇ ਅੰਦਰ ਵੀ ਤੇ ਜਿਹਦੇ ਮੁੱਖ ਵਿੱਚ। ਇਹ ਨਹੀਂ ਵੀ ਮੁੱਖ 'ਚ ਕੁਝ ਹੋਰ ਹੋਵੇ ਤੇ ਅੰਦਰ ਕੁਝ ਹੋਰ ਹੋਵੇ। ਮਹਾਰਾਜ ਕਹਿੰਦੇ ਉਹ ਮਰਦ ਨਹੀਂ ਹੈ। ਸਤਿਗੁਰੂ ਜੀਆਂ ਨੇ ਸੀਸ ਲਿਆ ਭਾਈ ਦਇਆ ਸਿੰਘ ਜੀਆਂ ਦਾ, ਦਇਆ ਰਾਮ ਜੀਆਂ ਦਾ। ਸਿੰਘ ਬਾਅਦ ਵਿੱਚ ਮਹਾਰਾਜ ਨੇ ਲਾਇਆ। ਦੂਸਰੀ ਫੇਰ ਖੂਨ ਨਾਲ ਲਿਬੜੀ ਹੋਈ ਤਲਵਾਰ ਸਤਿਗੁਰੂ ਜੀ ਲੈ ਕੇ ਆਏ। ਸਤਿਗੁਰੂ ਜੀ ਕਹਿੰਦੇ ਕੋਈ ਸਿੱਖ ਉੱਠੇ ਤੇ ਆਪਣਾ ਸੀਸ ਭੇਟਾ ਕਰੇ। ਫਿਰ ਭਾਈ ਧਰਮ ਚੰਦ ਜੀ, ਹਸਤਨਾਪੁਰ ਦੇ ਰਹਿਣ ਵਾਲੇ ਭਾਈ ਧਰਮ ਚੰਦ ਜੀ ਉੱਠ ਕੇ ਆਏ। ਭਾਈ ਧਰਮ ਚੰਦ ਜੀਆਂ ਨੇ ਆ ਕੇ ਮਹਾਰਾਜ ਨੂੰ ਸੀਸ ਭੇਟਾ ਕੀਤਾ। ਵੇਖਣ ਵਾਲੀ ਗੱਲ ਹੈ, ਭਾਈ ਦਇਆ ਰਾਮ, ਭਾਈ ਧਰਮ ਚੰਦ ਜੀ ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਹੁੰਦੀ ਹੈ, ਉਦੋਂ 3 ਪਿਆਰੇ ਸ਼ਹੀਦ ਹੁੰਦੇ ਨੇ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ, ਤੇ 2 ਪਿਆਰੇ ਤੇ ਭਾਈ ਮਾਨ ਸਿੰਘ ਜੀ ਨਾਲ ਜਾਂਦੇ ਨੇ। ਕਹਿੰਦੇ ਵੇਖਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਧਰਮ, ਦਇਆ ਤੇ ਧਰਮ ਤੋਂ ਬਿਨਾਂ ਮਾਰੇ ਚਮਕੌਰ ਦੀ ਗੜੀ ਵੀ ਨਹੀਂ ਛੱਡਦੇ। ਕਹਿੰਦੇ ਤਾਂ ਜਾਵਾਂਗੇ ਜੇ ਦਇਆ ਤੇ ਧਰਮ ਨਾਲ ਜਾਏਗੀ। ਜਿੱਥੇ ਗਏ ਗੁਰੂ ਸਾਹਿਬ ਨੇ ਦਇਆ ਤੇ ਧਰਮ ਨੂੰ ਨਹੀਂ ਤਿਆਗਿਆ, ਦਇਆ ਤੇ ਧਰਮ ਮਹਾਰਾਜ ਨੇ ਨਾਲ ਰੱਖੀ ਹੈ। ਗੁਰੂ ਸਾਹਿਬ ਜੀਆਂ ਨੇ ਭਾਈ ਧਰਮ ਚੰਦ ਜੀ ਜਿਹੜੇ ਹਸਤਨਾਪੁਰ ਦੇ ਰਹਿਣ ਵਾਲੇ, ਇਹਨਾਂ ਦਾ ਸੀਸ ਲਿਆ। ਫਿਰ ਸਤਿਗੁਰੂ ਜੀ ਖੂਨ ਨਾਲ ਲੱਥਪੱਥ ਸ਼੍ਰੀ ਸਾਹਿਬ ਲੈ ਕੇ ਤੀਸਰੇ ਸਿਰ ਦੀ ਮੰਗ ਕੀਤੀ। ਫਿਰ ਭਾਈ ਹਿੰਮਤ ਸਿੰਘ ਜੀ, ਹਿੰਮਤ ਚੰਦ ਜੀ, ਉਹ ਉੱਠ ਕੇ ਆਏ, ਸੀਸ ਦਿੱਤਾ। ਚੌਥੇ ਭਾਈ ਮੋਹਕਮ ਚੰਦ ਜੀ, ਦਵਾਰਕਾ ਦੇ ਰਹਿਣ ਵਾਲੇ, ਉਹਨਾਂ ਨੇ ਸੀਸ ਭੇਟਾ ਕੀਤਾ। ਤੇ ਕਹਿੰਦੇ ਪੰਜਵੇਂ ਭਾਈ ਸਾਹਿਬ ਚੰਦ ਜੀ, ਬਿਦਰ ਦੇ ਰਹਿਣ ਵਾਲੇ, ਉਹਨਾਂ ਨੇ ਆ ਕੇ ਸੀਸ ਭੇਟਾ ਕੀਤਾ। 5 ਸੀਸ ਲੈ ਲਏ। ਉਹ ਕਹਿੰਦਾ ਅਬਦੁਲ ਤਰਾਨੀ ਕਹਿੰਦਾ ਮਾਰੇ ਏਸੀਆਂ ਸਾਖੀਆਂ ਅਨੇਕਾਂ ਮਿਲ ਜਾਣਗੀਆਂ, ਮਾਰ ਕੇ ਜਵਾਉਣ ਦੀਆਂ ਗੁਰੂ ਵਿੱਚ ਸਮਰੱਥਾ ਹੈ। ਸਤਿਗੁਰੂ ਮੇਰਾ ਮਾਰ ਜੀ ਵਾਲੇ, ਸਤਿਗੁਰੂ ਮੇਰਾ ਸਰਬ ਪ੍ਰਤ ਪਾਲੇ। ਗੁਰੂ ਸਾਹਿਬ ਦੇ ਸਪੁੱਤਰਾਂ ਵਿੱਚ ਭਾਈ ਮੋਹਨ ਖੱਤਰੀ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਸੀ। ਬਾਬਾ ਗੁਰਦੱਤਾ ਸਾਹਿਬ ਨੇ ਮਰੀ ਹੋਈ ਗੱਲ, ਉਹ ਸਾਰੀਆਂ ਗੁਰੂ ਸਾਹਿਬ ਜੀਆਂ ਨੇ ਇੱਕ ਬਾਟਾ ਲਿਆਓ। ਕਹਿੰਦਾ ਵੀ ਬਿਨਾਂ ਕੁੰਡਿਆਂ ਤੋਂ ਗੁਰੂ ਸਾਹਿਬ ਜੀ ਨੇ ਬਾਟਾ ਲਿਆ, ਜਿਹਨੂੰ ਆਪਾਂ ਬਾਟਾ ਕਹਿੰਦੇ ਆ ਖੁੱਲਾ। ਇਹਦਾ ਵੀ ਬੜਾ ਵੱਡਾ ਭਾਵ ਵੀ ਸਿੱਖ ਦਾ ਹਿਰਦਾ ਬਾਟੇ ਵਾਂਗ ਖੁੱਲਾ ਹੋਣਾ ਚਾਹੀਦਾ ਹੈ, ਦਿਆਲਤਾ ਵਾਲਾ ਹੋਣਾ ਚਾਹੀਦਾ। ਕਹਿੰਦੇ ਬਾਟੇ ਦੇ ਨਾਲ ਜਲ ਲਿਆ ਸਤਲੁਜ ਦਰਿਆ ਦਾ, ਜਲ ਅੰਮ੍ਰਿਤ, ਜਲ ਅਜੇ ਅੰਮ੍ਰਿਤ ਨਹੀਂ ਬਣਿਆ। ਕਹਿੰਦੇ ਜਲ ਲਿਆ ਤੇ ਕਹਿੰਦੇ ਸਤਲੁਜ ਦਰਿਆ ਜਲ ਦੀ ਤਰ੍ਹਾਂ ਕਹਿੰਦੇ ਸਿੱਖ ਦੇ ਵਿੱਚ ਨਿਰਮਾਣਤਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਕਹਿੰਦੇ ਫਿਰ ਇੱਕ ਖੰਡਾ ਲਿਆ, 2 ਧਾਰਾਂ ਖੰਡਾ, ਖੰਡਾ ਆਪਣੇ ਹੱਥ ਵਿੱਚ ਪਕੜਿਆ। ਕਹਿਣ ਲੱਗੇ ਪਤਾਸੇ ਲਏ, ਖੰਡਾ ਭਾਵ ਜਿਹੜਾ ਚੜ ਕੇ ਆਵੇ ਫਿਰ ਉਹਨੂੰ ਜਵਾਬ ਵੀ ਦੇਣਾ। ਨਿਰਮਾਣਤਾ ਵੀ ਹੋਣੀ ਜ਼ਰੂਰੀ ਹੈ, ਖੁੱਲਾ ਹਿਰਦਾ ਵੀ ਹੋਣਾ ਜ਼ਰੂਰੀ ਹੈ।
ਤੇ ਕਹਿੰਦੇ ਵੀਰ ਰਸ ਹੋਣਾ ਵੀ ਬੜਾ ਜ਼ਰੂਰੀ ਹੈ। 2 ਧਾਰਾ ਖੰਡਾ ਲੈ ਕੇ ਕਹਿੰਦੇ ਪਤਾਸੇ ਲਏ, ਪਤਾਸਿਆਂ ਦਾ ਹੋਰ ਵੀ ਕੋਈ ਖੰਡ ਵੀ ਲੈ ਸਕਦੇ ਜਾਂ ਹੋਰ ਗੁੜ। ਪਤਾਸੇ ਮਹਾਰਾਜ ਨੇ ਲਏ, ਪਤਾਸੇ ਪੌਣਾ ਕੀਤੇ, ਜਲ ਦੇ ਵਿੱਚ ਬਾਟੇ ਦੇ ਵਿੱਚ ਸਤਿਗੁਰੂ ਜੀ ਖੰਡਾ ਫੇਰਦੇ, ਬਾਣੀ ਸ਼ੁਰੂ ਆਰੰਭ ਕੀਤੀ। ਜਪਜੀ ਸਾਹਿਬ, ਜਾਪ ਸਾਹਿਬ, ਤੈ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ। 5 ਬਾਣੀਆਂ ਦਾ ਮਹਾਰਾਜ ਨੇ ਪਾਠ ਕੀਤਾ। 5 ਬਾਣੀਆਂ ਦਾ ਪਾਠ ਕਰਕੇ ਗੁਰੂ ਸਾਹਿਬ ਜੀਆਂ ਨੇ ਬਾਣੀ ਪੜ੍ਹੀ ਗਈ ਤੇ ਕਹਿੰਦੇ ਜਿਹੜਾ ਪਹਿਲਾਂ ਪਾਣੀ ਸੀ ਉਹ ਅੰਮ੍ਰਿਤ ਬਣ ਗਿਆ ਜਦੋਂ ਬਾਣੀ ਪੜ੍ਹੀ ਗਈ। ਸਤਿਗੁਰੂ ਜੀਆਂ ਨੇ 5 ਦੇ ਛਿੱਟੇ ਮਾਰੇ, 5 ਕਿਆ ਦਇਆ ਸਿੰਘ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਹਿੰਦੇ ਭਾਈ ਦਇਆ ਸਿੰਘ ਜੀ ਉੱਠ ਕੇ ਖਲੋ ਗਏ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, 5 ਪਿਆਰੇ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, 5 ਪਿਆਰੇ ਉੱਠ ਕੇ ਖਲੋ ਗਏ ਤੇ 5 ਨੇ ਫਿਰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀਆਂ ਨੇ ਫਿਰ ਨਾ ਮਾਰੇ ਕਹਿੰਦੇ ਹੁਣ ਤੁਸੀਂ ਮੈਨੂੰ ਅੰਮ੍ਰਿਤ ਛਕਾਉਣਾ ਕਰੋ, ਮੰਗ ਕੇ ਦਾਤ ਲਈ। ਅੱਜ ਪਹਿਲੀ ਵਾਰ ਆਪੇ ਗੁਰਚੇਲਾ, ਆਪ ਹੀ ਗੁਰੂ ਸਾਹਿਬ ਜੀ ਨੇ ਮੰਗ ਕੇ ਦਾਤ ਲਈ, ਅੰਮ੍ਰਿਤ ਦੀ ਦਾਤ ਆਪ ਮਾਰੇ ਨੇ ਫਿਰ ਅੰਮ੍ਰਿਤ ਛਕਿਆ। ਤੇ 5 ਨੂੰ 5 ਪਿਆਰਿਆਂ ਦੇ ਅੱਜ ਕਿਹਾ ਖਾਲਸਾ ਜੀ ਅੱਜ ਤੋਂ ਇਹ ਮੇਰੇ 5 ਪਿਆਰੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਹ ਅਬਦੁਲ ਤਰਾਨੀ ਲਿਖਦਾ ਕਹਿੰਦਾ ਹੈ ਔਰੰਗਜ਼ੇਬ ਐਸਾ ਮੁਰਸ਼ਦ ਮੈਂ ਕਦੇ ਨਹੀਂ ਵੇਖਿਆ ਜਿਹਨੇ ਆਪੇ ਹਯਾਤ ਦੇਣਾ ਕੀਤਾ ਤੇ ਇਹ ਕਿਹਾ ਵੀ ਮੈਂ 1.25 ਲੱਖ ਦੇ ਨਾਲ 1 ਲੜਾਵਾਂਗਾ। ਤੇ ਕਹਿੰਦੇ ਉਹ ਕਰਕੇ ਵੀ ਵਿਖਾਇਆ। ਅਬਦੁਲ ਤਰਾਨੀ ਕਹਿੰਦਾ ਵੀ ਇਹ ਔਰੰਗਜ਼ੇਬ ਮੇਰੀ ਆਖਰੀ ਰਿਪੋਰਟ ਹੈ, ਇਹ ਤੋਂ ਬਾਅਦ ਮੇਰੀ ਰਿਪੋਰਟ ਨਹੀਂ ਆਏਗੀ, ਮੈਂ ਤੇਰੀ ਨੌਕਰੀ ਛੱਡੀ। ਕਹਿੰਦਾ ਮੇਰੇ ਤੋਂ ਵੀ ਨਹੀਂ ਰਿਹਾ ਗਿਆ। ਜਿੱਥੇ ਬਾਕੀ ਸੰਗਤਾਂ ਨੇ ਅੰਮ੍ਰਿਤ ਛਕਿਆ ਨਾ, ਉੱਥੇ ਅਬਦੁਲ ਤਰਾਨੀ ਜਿਹੜਾ ਰਿਪੋਰਟਰ ਸੀ, ਜਾਸੂਸ ਸੀ, ਉਹ ਜਦੋਂ ਮਹਾਰਾਜ ਦੇ ਸਾਹਮਣੇ ਆਇਆ ਨਾ ਗੁਰੂ ਸਾਹਿਬ ਜੀ ਵੇਖ ਕੇ ਮੁਸਕਰਾਉਣ ਲੱਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਆ ਕੇ ਮਹਾਰਾਜ ਕਹਿੰਦੇ ਆਓ ਭਾਈ ਅੰਮ੍ਰਿਤ ਛਕੋ। ਤੇ ਨਾਮ ਰੱਖਿਆ ਅਬਦੁਲ ਤਰਾਨੀ ਤੋਂ ਅਜਮੇਰ ਸਿੰਘ। ਉਸ ਸਿੱਖ ਨੇ, ਉਹ ਸਿੱਖ ਬਣਿਆ ਜਿਹੜਾ ਜਾਸੂਸ ਸੀ। ਇਤਿਹਾਸ ਕਹਿੰਦਾ 20,000 ਤੋਂ ਵੱਧ ਉਸ ਵਕਤ ਸੰਗਤਾਂ ਨੇ ਅੰਮ੍ਰਿਤ ਛਕਿਆ। 1 ਦਿਨ ਦੇ ਵਿੱਚ 20,000 ਸੰਗਤਾਂ ਨੇ ਉਸ ਦਿਨ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਪ੍ਰਾਪਤ ਕੀਤਾ। ਤੇ ਅੱਜ ਉਹ ਖਾਲਸਾ ਪ੍ਰਗਟ ਦਿਵਸ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਾਰੀ ਸੰਗਤ ਨੂੰ ਇਸ ਖਾਲਸਾ ਪ੍ਰਗਟ ਦਿਵਸ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੈ ਹਰ ਸੋਏ। ਸਤਿਗੁਰੂ ਜੀ ਕਹਿੰਦੇ ਇਹ ਸੁਹਾਵਣਾ ਉਹਨਾਂ ਲਈ ਹੈ ਜਿਨ੍ਹਾਂ ਨੂੰ ਸੰਤ ਜਨ, ਗੁਰਮੁਖ ਜਨ, ਗੁਰੂ ਦੀ, ਗੁਰਮੁਖਾਂ ਦੀ ਪ੍ਰਾਪਤੀ ਹੋ ਗਈ ਹੈ। ਜਿਹੜਾ ਸਤ ਸੰਗਤ ਵਿੱਚ ਜੁੜ ਗਿਆ ਹੈ ਉਹਦੇ ਲਈ ਸੁਹਾਵਾ ਹੈ। ਜਿਹੜਾ ਮਨ ਕਰਕੇ ਵੀ ਗੁਰੂ ਚਰਨਾਂ ਵਿੱਚ ਜੁੜਿਆ ਹੈ ਉਹਦੇ ਲਈ ਭਲਾ ਹੈ, ਚੰਗਾ ਹੈ, ਸੁਹਾਵਾ ਹੈ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਸਾਡੇ ਤੇ ਵੀ ਰਹਿਮਤ ਕਿਰਪਾ ਕਰਨ। ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣਾ ਕੀਤਾ, ਇਹ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਾਤਸ਼ਾਹ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ,
ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਵਿਪਰਾਂ ਦੀਆਂ ਰੀਤਾਂ ਵਿੱਚ ਪੈ ਗਿਆ, ਸਤਿਗੁਰੂ ਜੀ ਕਹਿੰਦੇ ਮੈਂ ਇਹਨਾਂ ਤੇ ਪ੍ਰਤੀਤ ਭਰੋਸਾ ਨਹੀਂ ਕਰਦਾ। ਸਤਿਗੁਰੂ ਜੀ ਕਿਰਪਾ ਕਰਨ, ਖਾਲਸੇ ਵਾਲੇ ਗੁਣ ਸਾਡੇ ਅੰਦਰ ਪੈਦਾ ਹੋ ਜਾਣ। ਖਾਲਸੇ ਦਾ ਅਰਥ ਹੀ ਹੈ ਸ਼ੁੱਧ, ਤੇ ਖਾਲਸੇ ਦੇ ਅਰਥ ਨੇ ਵੀ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਨਾਮ ਬੋਲਦੀ ਹੋਵੇ, ਉਹਦੇ ਨਾਲ ਲਿੰਕ ਹੋਵੇ। ਮਾਰੇ ਕਹਿੰਦੇ ਖਾਲਸਾ ਵੀ ਸਿੱਧਾ ਇੱਕ ਪ੍ਰਮਾਤਮਾ ਨਾਲ ਜੁੜਦਾ ਹੈ, ਇੱਕ ਅਕਾਲ ਪੁਰਖ ਦੀ ਪੂਜਾ ਕਰਦਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦੇ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ।